ਹੈਲੋ ਦੋਸਤੋ, ਲਰਨਿੰਗ ਪੈਸ਼ਨ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸੋ ਅੱਜ ਦੀ ਇੱਕ ਖਾਸ ਵੀਡੀਓ ਹੈ। ਇੱਕ ਧਮਾਕਾ ਹੋ ਰਿਹਾ ਕਿ ਸਾਰੇ ਦੇ ਸਾਰੇ ਟੈਂਸ ਇੱਕ ਵੀਡੀਓ ਵਿੱਚ ਹੀ ਤੁਹਾਨੂੰ ਸਿਖਾ ਦੇਣੇ ਆ। ਸੋ ਸਟਾਰਟ ਕਰਦੇ ਆ। ਚੈਨਲ ਨੂੰ ਜੇਕਰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਸੋ ਵਧਦੇ ਆ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਇਹ ਸਭ ਤੋਂ ਪਹਿਲਾ ਟੈਂਸ ਆ ਔਰ ਇਹਦੀ ਪਛਾਣ ਕੀ ਆ। ਜੇਕਰ ਅਸੀਂ ਪੰਜਾਬੀ ਤੋਂ ਅੰਗਰੇਜ਼ੀ ਬਣਾਉਣੀ ਹੋਵੇ ਤਾਂ ਪਛਾਣ ਕੀ ਆ। ਪੰਜਾਬੀ ਦੇ ਵਾਕ ਦੇ ਲਾਸਟ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ ਲੱਗਾ ਹੁੰਦਾ ਹੈ। ਠੀਕ ਹੈ। ਅੱਜ ਦਾ ਮੈਂ ਉਦਾਹਰਨ ਦੇਵਾਂ ਕਿ ਉਹ ਫੁੱਟਬਾਲ ਖੇਡਣ ਜਾਂਦਾ ਹੈ, ਲੜਕੀ ਗਾਣਾ ਗਾਉਂਦੀ ਹੈ। ਸੋ ਇਦਾਂ ਦੇ ਜਿੰਨੇ ਵੀ ਵਾਕ ਬਣਨਗੇ ਜਿਨ੍ਹਾਂ ਦੇ ਲਾਸਟ ਵਿੱਚ ਇਹ ਸ਼ਬਦ ਆਉਣਗੇ, ਕਿਹੜੇ ਭਲਾ? ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ, ਉਹ ਸਾਰੇ ਦੇ ਸਾਰੇ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਆਉਣੇ ਆ। ਹੁਣ ਆਪਾਂ ਇਹਦੇ ਰੂਲ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਹਾਂ ਵਾਚਕ ਜਾਂ ਅਫਰਮੇਟਿਵ। ਉਹਦਾ ਰੂਲ ਕੀ ਕਹਿੰਦਾ ਆ? ਸਬਜੈਕਟ, ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈ ਐਸ ਤੇ ਲਾਸਟ ਵਿੱਚ ਆਬਜੈਕਟ। ਹੁਣ ਐਸ ਜਾਂ ਈ ਐਸ ਕਦੋਂ ਲੱਗਣਾ ਆ? ਇਹ ਮੈਂ ਥੱਲੇ ਨੋਟ ਦਿੱਤਾ ਆ। ਜੇਕਰ ਸਬਜੈਕਟ ਬਹੁਵਚਨ ਜਾਂ ਆਈ ਹੈ ਤਾਂ ਵਰਬ V1 ਦੇ ਨਾਲ ਐਸ ਜਾਂ ਈ ਐਸ ਨਹੀਂ ਲੱਗਣਾ ਹੈ। ਮਤਲਬ ਕਿ ਜੇਕਰ ਸਬਜੈਕਟ ਸਾਡਾ ਆਈ ਆ ਜਾਂ ਬਹੁਵਚਨ ਆ, ਦੇ, ਵੀ, ਠੀਕ ਆ, ਯੂ, ਇਦਾਂ ਦਾ ਜੇ ਬਹੁਵਚਨ ਆਉਂਦਾ ਆ ਉਸ ਕੇਸ ਦੇ ਵਿੱਚ ਵਰਬ ਦੀ ਪਹਿਲੀ ਫਾਰਮ ਸਿੰਪਲ ਲੱਗਣੀ ਆ, ਨਾਲ ਐਸ ਜਾਂ ਐਸ ਆਪਾਂ ਨਹੀਂ ਲਾਉਣਾ। ਤੇ ਉਸ ਤੋਂ ਇਲਾਵਾ ਜੇਕਰ ਆਈ ਤੋਂ ਇਲਾਵਾ ਬਾਕੀ ਇੱਕ ਵਚਨ ਹੈਗੇ ਆ, ਉਸ ਕੇਸ ਦੇ ਵਿੱਚ ਆਪਾਂ ਵਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਜਾਂ ਈ ਐਸ ਲਾਉਣਾ ਹੈ। ਹੁਣ ਨੈਗੇਟਿਵ ਵੱਲ ਦੇਖ ਲੈਂਦੇ ਆ। ਨੈਗੇਟਿਵ ਕੀ ਕਹਿੰਦਾ ਆ? ਸਬਜੈਕਟ ਜਮਾ ਡੂ ਜਾਂ ਡਜ਼, ਫਿਰ ਨੋਟ, ਵਰਬ ਦੀ ਪਹਿਲੀ ਫਾਰਮ ਤੇ ਆਬਜੈਕਟ। ਸੋ ਇੱਥੇ ਐਸ ਜੇ ਐਸ ਜਿਹੜਾ ਅਸੀਂ ਲਾਇਆ ਉਹ ਡੂ ਦੇ ਨਾਲ ਲਾਇਆ ਹੈ। ਹੁਣ ਜੇਕਰ ਸਬਜੈਕਟ ਬਹੁਵਚਨ ਜਾਂ ਆਈ ਹੈ ਫਿਰ ਅਸੀਂ ਕੀ ਲਾਉਣਾ ਹੈ? ਡੂ ਨੋਟ। ਤੇ ਜੇਕਰ ਬਾਕੀ ਇੱਕ ਵਚਨ ਹੈ ਤਾਂ ਫਿਰ ਆਪਾਂ ਕੀ ਲਾਉਣਾ ਆ? ਡਜ਼ ਨੋਟ। ਤੇ ਵਰਬ ਦੀ ਪਹਿਲੀ ਫਾਰਮ ਸਿੰਪਲ ਲੱਗਣੀ, ਉਹਦੇ ਨਾਲ ਕੋਈ ਐਸ ਜੇ ਐਸ ਨਹੀਂ ਲੱਗਣਾ, ਲਾਸਟ ਵਿੱਚ ਆਬਜੈਕਟ ਲੱਗ ਜਾਣਾ ਹੈ। ਤੀਸਰਾ ਹੈ ਸਾਡੇ ਕੋਲ ਇੰਟੈਰੋਗੇਟਿਵ ਜਾਂ ਪ੍ਰਸ਼ਨਵਾਚਕ। ਇੰਟੈਰੋਗੇਟਿਵ ਦੇ ਕੇਸ ਦੇ ਵਿੱਚ ਅਸੀਂ ਡੂ ਜਾਂ ਡਜ਼ ਸਭ ਤੋਂ ਪਹਿਲਾਂ ਲਾਉਂਦੇ ਹਾਂ, ਉਸ ਤੋਂ ਬਾਅਦ ਸਬਜੈਕਟ ਲੱਗਦਾ ਹੈ, ਵਰਬ ਦੀ ਪਹਿਲੀ ਫਾਰਮ ਲੱਗਦੀ ਹੈ, ਆਬਜੈਕਟ ਲੱਗਦਾ ਹੈ, ਤੇ ਲਾਸਟ ਵਿੱਚ ਅਸੀਂ ਕੁਐਸਚਨ ਮਾਰਕ ਪਾ ਦਿੰਦੇ ਹਾਂ, ਜਿਸ ਤੋਂ ਇਹ ਪਤਾ ਲੱਗਦਾ ਕਿ ਇੱਕ ਇੰਟੈਰੋਗੇਟਿਵ ਜਾਂ ਪ੍ਰਸ਼ਨਵਾਚਕ ਸੈਂਟੈਂਸ ਆ। ਲਾਸਟ ਹੈਗਾ ਨੈਗੇਟਿਵ ਇੰਟੈਰੋਗੇਟਿਵ, ਨਾਵਾਚਕ ਪ੍ਰਸ਼ਨਵਾਚਕ। ਮਤਲਬ ਕੀ ਆ ਕਿ ਇਹਦੇ ਵਿੱਚ ਨੋਟ ਵੀ ਲੱਗਣਾ ਆ ਤੇ ਡੂ ਜਾਂ ਡਜ਼ ਪਹਿਲਾਂ ਲੱਗਣਾ ਆ। ਸੋ ਇਹਦਾ ਰੂਲ ਕੀ ਕਹਿੰਦਾ ਹੈ? ਡੂ ਜਾਂ ਡਜ਼, ਉਸ ਤੋਂ ਬਾਅਦ ਸਬਜੈਕਟ, ਠੀਕ ਹੈ ਜੀ, ਉਸ ਤੋਂ ਬਾਅਦ ਨੋਟ, ਵਰਬ ਦੀ ਪਹਿਲੀ ਫਾਰਮ ਤੇ ਆਬਜੈਕਟ। ਸੋ ਜਿਹੜਾ ਨੋਟ ਆ ਉਹ ਸਬਜੈਕਟ ਤੋਂ ਬਾਅਦ ਲੱਗਣਾ ਹੈ, ਡੂ ਜਾਂ ਡਜ਼ ਦੇ ਨਾਲ ਅਸੀਂ ਨਹੀਂ ਲਾਉਣਾ ਹੈ। ਹੁਣ ਇਹਦੀਆਂ ਇੱਕ ਦੋ ਉਦਾਹਰਨਾਂ ਦੇਖ ਲੈਂਦੇ ਹਾਂ। ਰਾਹੁਲ ਖਾਣਾ ਖਾਂਦਾ ਹੈ, ਠੀਕ ਆ, ਉਹ 'ਚ ਰਾਹੁਲ ਕੀ ਆ ਗਿਆ? ਸਬਜੈਕਟ। ਖਾਂਦਾ ਹੈ ਅਸੀਂ ਜਾਂ ਪਹਿਲਾਂ ਸਟਾਰਟਿੰਗ ਤੋਂ ਵੀ ਦੇਖਣਾ ਕਿ ਰਾਹੁਲ ਖਾਣਾ ਖਾਂਦਾ ਹੈ, ਪਿੱਛੇ ਦਾ ਹੈ ਲੱਗਾ ਆ। ਇਸ ਦਾ ਮਤਲਬ ਕੀ ਆ ਕਿ ਉਹਨੇ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਆਉਣਾ ਆ, ਤਾਂ ਉਹਦੀ ਅੰਗਰੇਜ਼ੀ ਅਸੀਂ ਇਹਦੇ ਰੂਲਸ ਦੇ ਅਕੋਰਡਿੰਗ ਹੀ ਬਣਾਉਣੀ ਆ। ਠੀਕ ਹੈ ਜੀ। ਰਾਹੁਲ ਇਹਦੇ ਵਿੱਚ ਸਬਜੈਕਟ ਆ ਗਿਆ, ਖਾਂਦਾ ਹੈ ਕੀ ਆ ਗਿਆ? ਵਰਬ ਆ ਗਿਆ, ਕਿਰਿਆ ਆ ਗਈ, ਆਬਜੈਕਟ ਕੀ ਆ ਗਿਆ? ਖਾਣਾ। ਸੋ ਰੂਲ ਕੀ ਕਹਿੰਦਾ ਆ? ਹੁਣ ਜੇਕਰ ਸਬਜੈਕਟ ਇੱਕ ਵਚਨ ਆ ਤੇ ਫਿਰ ਅਸੀਂ ਐਸ ਜੇ ਐਸ ਲਾਉਣਾ ਆ। ਸੋ ਰਾਹੁਲ ਈਟਸ ਫੂਡ। ਜੇ ਇਹਦਾ ਨੈਗੇਟਿਵ ਦੇਖ ਲਈਏ, ਰਾਹੁਲ ਖਾਣਾ ਨਹੀਂ ਖਾਂਦਾ ਹੈ। ਹੁਣ ਰਾਹੁਲ ਇੱਕ ਵਚਨ ਆ, ਰਾਹੁਲ ਡਜ਼ ਨਾਟ ਈਟ ਫੂਡ। ਠੀਕ ਹੈ ਜੀ। ਜੇ ਉਹਦੀ ਥਾਂ ਤੇ ਆ ਜਾਂਦਾ ਕਿ ਉਹ ਖਾਣਾ ਨਹੀਂ ਖਾਂਦੇ ਹਨ, ਦੇ ਡੂ ਨਾਟ ਈਟ ਫੂਡ। ਇੰਟੈਰੋਗੇਟਿਵ ਵੱਲ ਆ ਜਾਂਦੇ ਆ। ਇੰਟੈਰੋਗੇਟਿਵ ਦੇ ਵਿੱਚ ਪੰਜਾਬੀ 'ਚ ਕੀ ਹੋਊਗਾ? ਕੀ ਰਾਹੁਲ ਖਾਣਾ ਖਾਂਦਾ ਹੈ? ਸੋ ਉੱਥੇ ਹੁਣ ਸਟਾਰਟਿੰਗ 'ਚ ਅਸੀਂ ਡੂ ਜਾਂ ਡਜ਼ ਲਾਉਣਾ। ਰਾਹੁਲ ਇੱਕ ਵਚਨ, ਦੈਨ ਡਜ਼ ਰਾਹੁਲ ਈਟ ਫੂਡ। ਠੀਕ ਹੈ ਜੀ। ਤੇ ਜੇਕਰ ਇੱਥੇ ਬਹੁਵਚਨ ਹੁੰਦਾ ਫਿਰ ਕੀ ਆਉਣਾ ਸੀਗਾ? ਡੂ ਦੇ ਈਟ ਫੂਡ। ਉਸ ਤੋਂ ਬਾਅਦ ਅਸੀਂ ਲਾਸਟ ਵਿੱਚ ਆਉਂਦੇ ਹਾਂ ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸ। ਸੋ ਇਹਦਾ ਪੰਜਾਬੀ 'ਚ ਕੀ ਹੋਵੇਗਾ? ਕੀ ਰਾਹੁਲ ਖਾਣਾ ਨਹੀਂ ਖਾਂਦਾ ਹੈ? ਡਜ਼ ਰਾਹੁਲ ਨਾਟ ਈਟ ਫੂਡ। ਤੇ ਜੇ ਅਸੀਂ ਬਹੁਵਚਨ ਲੈਣਾ ਹੋਵੇ, ਕੀ ਉਹ ਖਾਣਾ ਨਹੀਂ ਖਾਂਦੇ ਹਨ? ਡੂ ਦੇ ਨਾਟ ਈਟ ਫੂਡ। ਠੀਕ ਹੈ ਜੀ। ਇਹ ਸੀ ਸਾਡਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਹੁਣ ਇਸ ਤੋਂ ਬਾਅਦ ਅਸੀਂ ਇਹਦੇ ਅਗਲੇ ਟੈਂਸ ਦੇ ਵੱਲ ਵਧਦੇ ਹਾਂ।
अगला टेंस है प्रेजेंट कंटीन्यूअस टेंस। इंडेफिनेट ਦੇ ਵਿੱਚ ਕੀ ਹੁੰਦਾ ਹੈ ਕਿ ਥੋੜਾ ਜਿਹਾ ਡਾਊਟ ਹੁੰਦਾ ਹੈ ਕਿ ਉਹ ਕੰਮ ਕਰਦਾ ਹੈ ਜਾਂ ਨਹੀਂ, ਥੋੜਾ ਜਿਹਾ ਡਾਊਟ ਹੁੰਦਾ ਹੈ। ਕੰਟੀਨਿਊਸ ਦਾ ਮਤਲਬ ਕੀ ਹੈ ਕਿ ਕੰਮ ਇਸ ਟਾਈਮ ਹੋ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ, ਅੰਤ ਵਿੱਚ ਲੱਗਾ ਹੁੰਦਾ ਹੈ। ਸੋ ਜੇਕਰ ਪੰਜਾਬੀ ਦੇ ਕਿਸੇ ਵਾਕ ਇਹਨਾਂ ਸ਼ਬਦਾਂ ਦੇ ਨਾਲ ਖਤਮ ਹੁੰਦਾ ਹੈ ਤੇ ਉਹ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਆਉਂਦਾ ਹੈ ਤੇ ਉਹਦੀ ਅੰਗਰੇਜ਼ੀ ਅਸੀਂ ਇਹਦੇ ਰੂਲਸ ਦੇ ਅਕੋਰਡਿੰਗ ਹੀ ਬਣਾਉਣੀ ਹੈ। ਹੁਣ ਇਹ 'ਚ ਸਭ ਤੋਂ ਪਹਿਲਾਂ ਅਸੀਂ ਹਾਂ ਵਾਚਕ ਦੇਖਦੇ ਹਾਂ। ਹਾਂ ਵਾਚਕ ਦਾ ਰੂਲ ਕੀ ਕਹਿੰਦਾ ਹੈ? ਸਬਜੈਕਟ ਇਜ਼ ਐਮ ਜਾਂ ਆਰ, ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਲੱਗਣਾ ਹੈ ਤੇ ਲਾਸਟ ਵਿੱਚ ਕੀ ਲੱਗਣਾ ਆ? ਆਬਜੈਕਟ। ਹੁਣ ਇਜ਼ ਆਰ ਐਮ ਦਾ ਦੇਖ ਲੈਂਦੇ ਕੀ ਫੰਡਾ ਆ। ਸੋ ਜੇਕਰ ਸਬਜੈਕਟ ਇੱਕ ਵਚਨ ਹੈ ਤਾਂ ਇਜ਼ ਲੱਗਣਾ ਹੈ, ਜੇ ਸਬਜੈਕਟ ਬਹੁ ਵਚਨ ਹੈ ਤਾਂ ਆਰ ਲੱਗਣਾ ਹੈ, ਜੇ ਸਬਜੈਕਟ ਆਈ ਹੈ ਤਾਂ ਐਮ ਲੱਗਣਾ ਹੈ। ਠੀਕ ਹੈ ਜੀ, ਜਿੰਨੇ ਵੀ ਇੱਕ ਵਚਨ ਸਬਜੈਕਟ ਹੈਗੇ ਆ ਉਹਦੇ ਨਾਲ ਇਜ਼ ਲੱਗਣਾ ਆ, ਬਹੁ ਵਚਨ ਦੇ ਨਾਲ ਆਰ ਲੱਗਣਾ ਹੈ ਤੇ ਆਈ ਦੇ ਨਾਲ ਕੀ ਲੱਗਣਾ? ਐਮ। ਉਸ ਤੋਂ ਬਾਅਦ ਅਸੀਂ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਲਾ ਦੇਣਾ ਆ ਤੇ ਲਾਸਟ ਵਿੱਚ ਅਸੀਂ ਆਬਜੈਕਟ ਲਾਉਣਾ। ਹੁਣ ਅਸੀਂ ਇਹਦੇ ਨੈਗੇਟਿਵ ਵੱਲ ਵਧਦੇ ਹਾਂ। ਨੈਗੇਟਿਵ ਕੀ ਹੁੰਦਾ ਆ? ਸਬਜੈਕਟ ਇਜ਼ ਐਮ ਆਰ, ਉਸ ਤੋਂ ਅਸੀਂ ਨੋਟ ਲਗਾ ਦੇਣਾ, ਬਾਕੀ ਸੇਮ ਰਹਿਣਾ। ਠੀਕ ਹੈ ਜੀ, ਇਜ਼ ਐਮ ਆਰ ਦੇ ਨਾਲ ਅਸੀਂ ਨੋਟ ਲਾਉਣਾ ਆ, ਬਾਕੀ ਸਾਰਾ ਰੂਲ ਸੇਮ ਰਹੇਗਾ। ਸੋ ਸਬਜੈਕਟ ਇਜ਼ ਐਮ ਆਰ ਪਲਸ ਨੋਟ ਪਲਸ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਪਲਸ ਆਬਜੈਕਟ ਤੇ ਲਾਸਟ ਦੇ ਵਿੱਚ ਸਾਡੇ ਕੋਲ ਆਉਂਦਾ ਇੰਟਰੋਗੇਟਿਵ ਤੇ ਨੈਗੇਟਿਵ ਇੰਟਰੋਗੇਟਿਵ। ਇੰਟਰੋਗੇਟਿਵ ਕੀ ਕਹਿੰਦਾ ਆ? ਇਹ ਜਿਹੜਾ ਸਾਡਾ ਹੈਲਪਿੰਗ ਵਰਬ ਆ ਇਜ਼ ਐਮ ਆਰ, ਇਹ ਸਭ ਤੋਂ ਪਹਿਲਾਂ ਲੱਗ ਜਾਣਾ, ਬਾਕੀ ਸਾਰੇ ਦਾ ਸਾਰਾ ਅਫਰਮੇਟਿਵ ਵਾਲਾ ਅਸੀਂ ਐਜ਼ ਇਟ ਇਜ਼ ਚੇਪ ਦੇਣਾ। ਠੀਕ ਹੈ ਜੀ, ਇਜ਼ ਐਮ ਆਰ ਸਬਜੈਕਟ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਪਲਸ ਆਬਜੈਕਟ ਤੇ ਲਾਸਟ ਵਿੱਚ ਅਸੀਂ ਕੁਐਸਚਨ ਮਾਰਕ ਲਾਉਣਾ। ਤੇ ਲਾਸਟ ਨੈਗੇਟਿਵ ਇੰਟਰੋਗੇਟਿਵ ਕੀ ਕਹਿੰਦਾ ਆ? ਇਜ਼ ਐਮ ਆਰ ਪਲਸ ਸਬਜੈਕਟ ਪਲਸ ਨੋਟ ਪਲਸ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਪਲਸ ਆਬਜੈਕਟ। ਸੋ ਨੈਗੇਟਿਵ ਇੰਟਰੋਗੇਟਿਵ ਦੇ ਵਿੱਚ ਇਜ਼ ਐਮ ਆਰ ਪਹਿਲਾਂ ਲੱਗਣਾ ਹੈ, ਫਿਰ ਸਬਜੈਕਟ ਲੱਗਣਾ, ਸਬਜੈਕਟ ਤੋਂ ਬਾਅਦ ਅਸੀਂ ਨੋਟ ਲਗਾਉਣਾ ਹੈ, ਵਰਬ ਦੀ ਪਹਿਲੀ ਫਾਰਮ ਨਾਲ ਆਈਐਨਜੀ ਲਾਉਣਾ ਹੈ ਤੇ ਆਬਜੈਕਟ ਲਾਉਣਾ ਹੈ। ਹੁਣ ਇਹਦੀਆਂ ਅਸੀਂ ਕੁਝ ਉਦਾਹਰਨਾਂ ਦੇਖ ਲੈਂਦੇ ਹਾਂ। ਹਾਂ ਵਾਚਕ ਦੀ ਉਦਾਹਰਨ ਦੇਖਦੇ ਹਾਂ। ਰਮਨ ਫੁੱਟਬਾਲ ਖੇਡ ਰਿਹਾ ਹੈ। ਸੋ ਰਿਹਾ ਹੈ ਅੰਤ ਦੇ ਵਿੱਚ ਆ ਗਿਆ, ਲਾਸਟ ਵਿੱਚ ਰਿਹਾ ਹੈ ਆ ਗਿਆ, ਇਹਦਾ ਮਤਲਬ ਕੀ ਹੈ? ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਇਹਦੀ ਅਸੀਂ ਅੰਗਰੇਜ਼ੀ ਬਣਾਉਣੀ ਹੈ। ਰਮਨ ਇੱਕ ਵਚਨ ਆ, ਇੱਕ ਵਚਨ ਦੇ ਨਾਲ ਅਸੀਂ ਕੀ ਲਾਉਣਾ ਆ? ਇਜ਼। ਸੋ ਇਹਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਸਬਜੈਕਟ ਪਲਸ ਇਜ਼ ਐਮ ਆਰ ਪਲਸ V1 ਪਲਸ ਆਈਐਨਜੀ ਪਲਸ ਆਬਜੈਕਟ। ਰਮਨ ਸਬਜੈਕਟ ਹੈ, ਫੁੱਟਬਾਲ ਆਬਜੈਕਟ ਹੈ, ਖੇਡ ਰਿਹਾ ਕੀ ਆ? ਵਰਬ ਆ। ਸੋ ਇਹਦੀ ਇੰਗਲਿਸ਼ ਕੀ ਬਣੀ? ਰਮਨ ਇਜ਼ ਵਰਬ ਦੀ ਫਸਟ ਫਾਰਮ ਪਲੇ ਦੇ ਨਾਲ ਕੀ ਲੱਗ ਗਿਆ? ਆਈਐਨਜੀ, ਪਲੇਇੰਗ ਫੁੱਟਬਾਲ। ਸੋ ਰਮਨ ਇਜ਼ ਪਲੇਇੰਗ ਫੁੱਟਬਾਲ। ਤੇ ਜੇ ਅਸੀਂ ਕਹੀਏ ਕਿ ਮੈਂ ਫੁੱਟਬਾਲ ਖੇਡ ਰਿਹਾ ਹਾਂ, ਦੈਨ ਆਈ ਐਮ ਪਲੇਇੰਗ ਫੁੱਟਬਾਲ। ਤੇ ਜੇ ਉਹ ਫੁੱਟਬਾਲ ਖੇਡ ਰਹੇ ਹਨ, ਦੇ ਆਰ ਪਲੇਇੰਗ ਫੁੱਟਬਾਲ। ਸੋ ਫਰਕ ਕਿੱਥੇ ਪਿਆ ਆ? ਇੱਕ ਵਚਨ ਨਾਲ ਇਜ਼ ਲੱਗਾ, ਆਈ ਦੇ ਨਾਲ ਐਮ ਲੱਗਾ ਤੇ ਬਹੁ ਵਚਨ ਦੇ ਨਾਲ ਆਰ ਲੱਗਾ, ਬਾਕੀ ਸਾਰੇ ਦਾ ਸਾਰਾ ਸੇਮ ਰਿਹਾ। ਹੁਣ ਨੈਗੇਟਿਵ ਦੀ ਐਗਜ਼ਾਮਪਲ ਦੇਖ ਲੈਂਦੇ, ਅਸੀਂ ਸੇਮ ਐਗਜ਼ਾਮਪਲ ਲੈ ਲੈਂਦੇ। ਰਮਨ ਫੁੱਟਬਾਲ ਨਹੀਂ ਖੇਡ ਰਿਹਾ ਹੈ, ਰਮਨ ਇਜ਼ ਨਾਟ ਪਲੇਇੰਗ ਫੁੱਟਬਾਲ। ਇੰਟਰੋਗੇਟਿਵ, ਕੀ ਰਮਨ ਫੁੱਟਬਾਲ ਖੇਡ ਰਿਹਾ ਹੈ? ਇਜ਼ ਰਮਨ ਪਲੇਇੰਗ ਫੁੱਟਬਾਲ। ਤੇ ਲਾਸਟ ਵਿੱਚ ਨੈਗੇਟਿਵ ਇੰਟਰੋਗੇਟਿਵ, ਕੀ ਰਮਨ ਫੁੱਟਬਾਲ ਨਹੀਂ ਖੇਡ ਰਿਹਾ ਹੈ? ਇਜ਼ ਰਮਨ ਨਾਟ ਪਲੇਇੰਗ ਫੁੱਟਬਾਲ। ਸੋ ਇਸੇ ਤਰ੍ਹਾਂ ਹੀ ਜੇਕਰ ਆਈ ਜਾਂ ਬਹੁ ਵਚਨ ਹੁੰਦਾ ਤੇ ਨੈਗੇਟਿਵ ਇੰਟਰੋਗੇਟਿਵ ਤੇ ਨੈਗੇਟਿਵ ਇੰਟਰੋਗੇਟਿਵ ਦੇ ਵਿੱਚ ਅਸੀਂ ਆਰ ਜਾਂ ਐਮ ਲਾ ਦੇਣਾ ਸੀ। ਆਈ ਦੇ ਕੇਸ ਵਿੱਚ ਐਮ ਲਾ ਦੇਣਾ ਤੇ ਬਹੁ ਵਚਨ ਦੇ ਕੇਸ ਦੇ ਵਿੱਚ ਆਰ ਲਾ ਦੇਣਾ। ਹੁਣ ਇਸ ਤੋਂ ਬਾਅਦ ਅਸੀਂ ਇਹ ਟੈਂਸ ਦੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਜੇ ਕੋਈ ਡਾਊਟ ਆ ਤੇ ਵੀਡੀਓ ਨੂੰ ਰਿਪੀਟ ਕਰਕੇ ਦੇਖ ਸਕਦੇ ਆ ਜਾਂ ਤੁਸੀਂ ਕਮੈਂਟ ਕਰ ਸਕਦੇ ਆ ਤੇ ਉੱਤੇ ਮੈਂ ਇੱਕ ਵੱਖਰੀ ਵੀਡੀਓ ਬਣਾ ਦੇਵਾਂਗਾ। ਹੁਣ ਵੱਧਦੇ ਹਾਂ ਅਸੀਂ ਅਗਲਾ ਪ੍ਰੈਜ਼ੈਂਟ ਪਰਫੈਕਟ ਟੈਂਸ ਵੱਲ। ਪ੍ਰੈਜ਼ੈਂਟ ਪਰਫੈਕਟ ਦਾ ਮਤਲਬ ਕੀ ਆ ਕਿ ਜਿਹੜਾ ਕੰਮ ਇਹਦੇ 'ਚ ਹੋ ਚੁੱਕਾ ਹੁੰਦਾ, ਕੰਪਲੀਟ ਹੋ ਗਿਆ ਹੁੰਦਾ ਆ, ਕੋਈ ਵੀ ਕੰਮ ਪੈਂਡਿੰਗ ਨਹੀਂ ਹੁੰਦਾ। ਤੇ ਇਹਦੀ ਪਛਾਣ ਕੀ ਆ? ਕਿ ਚੁੱਕਾ ਹੈ, ਚੁੱਕੀ ਹੈ, ਚੁੱਕੇ ਹਨ, ਚੁੱਕੀਆਂ ਹਨ, ਅੰਤ ਵਿੱਚ ਲੱਗਾ ਹੁੰਦਾ ਹੈ। ਠੀਕ ਹੈ, ਜਾਂ ਕਈ ਵਾਰੀ ਕੀ ਹੁੰਦਾ ਆ ਕਿ ਆ ਹੈ, ਏ ਹਨ, ਈ ਹੈ, ਈਆਂ ਹਨ, ਉਹ ਵੀ ਅੰਤ ਦੇ ਵਿੱਚ ਲੱਗਾ ਹੁੰਦਾ ਤੇ ਉਹਦੀ ਵੀ ਅੰਗਰੇਜ਼ੀ
ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਰੂਲ ਦੇ ਅਕੋਰਡਿੰਗ ਹੀ ਬਣਦੀ ਆ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਗਗਨ ਘਰ ਦਾ ਕੰਮ ਕਰ ਚੁੱਕਾ ਹੈ। ਸੋ ਚੁੱਕਾ ਹੈ ਐਂਡ ਦੇ ਵਿੱਚ ਆ ਗਿਆ, ਤਾਂ ਇਹ ਕਿਹਦੇ 'ਚ ਆ ਗਿਆ? ਪ੍ਰੈਜ਼ੈਂਟ ਪਰਫੈਕਟ। ਜੇ ਇਹਨੂੰ ਅਸੀਂ ਦੂਜੀ ਤਰ੍ਹਾਂ ਕਹਿਣਾ ਹੋਵੇ ਗਗਨ ਨੇ ਘਰ ਦਾ ਕੰਮ ਕਰ ਲਿਆ ਹੈ, ਆ ਹੈ, ਫਿਰ ਵੀ ਉਹ ਸੇਮ ਉਸ ਦੇ ਵਿੱਚ ਹੀ ਆਉਣਾ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ। ਸੋ ਇਹਦਾ ਰੂਲ ਆਪਾਂ ਦੇਖਦੇ ਹਾਂ ਅਫਰਮੇਟਿਵ ਦੇ ਵਿੱਚ ਸਬਜੈਕਟ ਉਸ ਦੇ ਨਾਲ ਹੈਜ਼ ਜਾਂ ਹੈਵ ਲੱਗਣਾ ਆ, ਵਰਬ ਦੀ ਤੀਸਰੀ ਫਾਰਮ ਲੱਗਣੀ ਆ ਤੇ ਆਬਜੈਕਟ ਲੱਗਣਾ। ਹੁਣ ਹੈਜ਼ ਹੈਵ ਦਾ ਰੂਲ ਕੀ ਆ? ਜੇਕਰ ਸਬਜੈਕਟ ਬਹੁਵਚਨ ਜਾਂ ਆਈ ਹੈ ਤਾਂ ਹੈਵ ਲੱਗਣਾ ਹੈ, ਤੇ ਜੇਕਰ ਸਬਜੈਕਟ ਇੱਕ ਵਚਨ ਹੈ ਤਾਂ ਹੈਜ਼ ਲੱਗਣਾ ਹੈ। ਠੀਕ ਹੈ ਜੀ, ਆਈ ਜਾਂ ਬਹੁਵਚਨ ਦੇ ਕੇਸ ਦੇ ਵਿੱਚ ਅਸੀਂ ਹੈਵ ਲਾਉਣਾ ਆ, ਬਾਕੀ ਸਾਰੇ ਇੱਕ ਵਚਨ ਦੇ ਨਾਲ ਅਸੀਂ ਹੈਜ਼ ਲਾਉਣਾ ਹੈ। ਨੈਗੇਟਿਵ ਕੀ ਕਹਿੰਦਾ ਆ? ਸਬਜੈਕਟ ਹੈਜ਼ ਨਾਟ ਜਾਂ ਹੈਵ ਨਾਟ, ਉਸ ਤੋਂ ਵਰਬ ਦੀ ਤੀਸਰੀ ਫਾਰਮ ਤੇ ਆਬਜੈਕਟ। ਇੰਟਰੋਗੇਟਿਵ, ਇਸ ਕੇਸ ਦੇ ਵਿੱਚ ਅਸੀਂ ਹੈਜ਼ ਜਾਂ ਹੈਵ ਸਭ ਤੋਂ ਪਹਿਲਾਂ ਲਗਾ ਦੇਣਾ ਹੈ, ਉਸ ਤੋਂ ਬਾਅਦ ਅਸੀਂ ਸਬਜੈਕਟ ਲਾਵਾਂਗੇ, ਸਬਜੈਕਟ ਤੋਂ ਬਾਅਦ ਅਸੀਂ ਨਾਟ ਲਾਵਾਂਗੇ, ਵਰਬ ਦੀ ਤੀਸਰੀ ਫਾਰਮ ਲਾਵਾਂਗੇ, ਆਬਜੈਕਟ ਲਾਵਾਂਗੇ ਤੇ ਲਾਸਟ ਵਿੱਚ ਕੁਐਸਚਨ ਮਾਰਕ ਲਾਵਾਂਗੇ। ਤੇ ਲਾਸਟ ਸਾਡੇ ਕੋਲ ਹੈਗਾ ਨੈਗੇਟਿਵ ਇੰਟਰੋਗੇਟਿਵ ਸੈਂਟੈਂਸ। ਹੁਣ ਇਸ ਕੇਸ ਦੇ ਵਿੱਚ ਹੈਜ਼ ਜਾਂ ਹੈਵ ਸਟਾਰਟਿੰਗ ਤੇ ਲਾ ਦੇਣਾ, ਜਿੱਦਾਂ ਅਸੀਂ ਜਿਵੇਂ ਪੁਰਾਣੀ ਟੈਂਸ ਦੇ ਵਿੱਚ ਦੇਖਾਂ ਇਜ਼ ਐਮ ਆਰ ਪਹਿਲਾਂ ਲੱਗਦਾ ਸੀ, ਸਬਜੈਕਟ ਤੋਂ ਬਾਅਦ ਨਾਟ ਲੱਗਦਾ ਸੀਗਾ। ਸੇਮ ਇਸ ਕੇਸ ਦੇ ਵਿੱਚ ਵੀ ਹੈਜ਼ ਜਾਂ ਹੈਵ ਪਹਿਲਾਂ ਲੱਗਣਾ ਆ, ਸਬਜੈਕਟ ਤੋਂ ਬਾਅਦ ਨਾਟ ਲੱਗਣਾ ਹੈ, ਵਰਬ ਦੀ ਤੀਜੀ ਫਾਰਮ ਲੱਗਣੀ ਹੈ ਤੇ ਆਬਜੈਕਟ ਲੱਗਣਾ। ਸੋ ਇਹ ਸੀਗੇ ਰੂਲ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ। ਹੁਣ ਇਹਦੀਆਂ ਇੱਕ ਦੋ ਉਦਾਹਰਨਾਂ ਦੇਖ ਲੈਂਦੇ ਹਾਂ। ਠੀਕ ਹੈ ਜੀ, ਗਗਨ ਫੁੱਟਬਾਲ ਖੇਡ ਚੁੱਕਾ ਹੈ। ਗਗਨ ਹੈਜ਼ ਪਲੇਡ ਫੁੱਟਬਾਲ, ਤੇ ਉਹ ਫੁੱਟਬਾਲ ਖੇਡ ਚੁੱਕੇ ਹਨ, ਦੇ ਹੈਵ ਪਲੇਡ ਫੁੱਟਬਾਲ। ਹੁਣ ਗਗਨ ਇੱਕ ਵਚਨ ਸੀ ਤੇ ਇੱਥੇ ਹੈਜ਼ ਲੱਗ ਗਿਆ, ਤੇ ਉਹ ਫੁੱਟਬਾਲ ਖੇਡ ਚੁੱਕੇ ਹਨ, ਉੱਥੇ ਉਹ ਜਿਹੜਾ ਬਹੁ ਵਚਨ ਸੀ ਤੇ ਉੱਥੇ ਅਸੀਂ ਕੀ ਲਾ ਦਿੱਤਾ? ਹੈਵ। ਉਸ ਤੋਂ ਬਾਅਦ ਨੈਗੇਟਿਵ ਦੇ ਵੱਲ ਆਉਂਦੇ ਆ। ਗਗਨ ਫੁੱਟਬਾਲ ਨਹੀਂ ਖੇਡ ਚੁੱਕਾ ਹੈ, ਗਗਨ ਹੈਜ਼ ਨਾਟ ਪਲੇਡ ਫੁੱਟਬਾਲ, ਜਾਂ ਉਹ ਫੁੱਟਬਾਲ ਨਹੀਂ ਖੇਡ ਚੁੱਕੇ ਹਨ, ਦੇ ਹੈਵ ਨਾਟ ਪਲੇਡ ਫੁੱਟਬਾਲ। ਇੰਟਰੋਗੇਟਿਵ ਕੀ ਕਹਿੰਦਾ ਆ? ਕੀ ਗਗਨ ਫੁੱਟਬਾਲ ਖੇਡ ਚੁੱਕਾ ਹੈ? ਸੋ ਇਸ ਕੇਸ ਦੇ ਵਿੱਚ ਕੀ ਲੈਣਾ? ਹੈਜ਼ ਗਗਨ ਪਲੇਡ ਫੁੱਟਬਾਲ, ਜਾਂ ਕੀ ਉਹ ਫੁੱਟਬਾਲ ਖੇਡ ਚੁੱਕੇ ਹਨ, ਹੈਵ ਦੇ ਪਲੇਡ ਫੁੱਟਬਾਲ। ਤੇ ਜੇ ਅਸੀਂ ਲਾਸਟ ਦੇਖੀਏ ਨੈਗੇਟਿਵ ਇੰਟਰੋਗੇਟਿਵ ਦੇ ਕੇਸ ਦੇ ਵਿੱਚ, ਇਸ ਕੇਸ ਦੇ ਵਿੱਚ ਅਸੀਂ ਨਾਂਵਾਚਕ ਤੇ ਪ੍ਰਸ਼ਨਵਾਚਕ ਨੂੰ ਦੋਨਾਂ ਨੂੰ ਕੰਬਾਈਨ ਕਰਦੇ ਹਾਂ। ਤੇ ਉਦਾਹਰਨ ਦੇ ਵਿੱਚ ਕੀ ਗਗਨ ਫੁੱਟਬਾਲ ਨਹੀਂ ਖੇਡ ਚੁੱਕਾ ਹੈ, ਹੈਜ਼ ਗਗਨ ਨਾਟ ਪਲੇਡ ਫੁੱਟਬਾਲ। ਠੀਕ ਹੈ ਜੀ, ਸੋ ਇਹ ਸੀ ਸਾਡਾ ਪ੍ਰੈਜ਼ੈਂਟ ਪਰਫੈਕਟ ਟੈਂਸ। ਤੇ ਪ੍ਰੈਜ਼ੈਂਟ ਦੇ ਵਿੱਚ ਸਾਡੇ ਕੋਲ ਲਾਸਟ ਟੈਂਸ ਹੈਗਾ ਆ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਟੈਂਸ। ਸੋ ਇਹਦੇ ਚ ਇਹਦੀ ਪਛਾਣ ਕੀ ਆ? ਪਹਿਲੀ ਤਾਂ ਗੱਲ, ਇਹ ਪ੍ਰੈਜ਼ੈਂਟ ਪਰਫੈਕਟ ਤੇ ਪਰਫੈਕਟ ਕੰਟੀਨਿਊਸ ਦਾ ਕੰਬੀਨੇਸ਼ਨ ਆ। ਮਤਲਬ ਕੀ ਆ ਕਿ ਇਹ ਕਦੋਂ ਆਉਂਦਾ ਆ? ਜਦੋਂ ਕੰਮ ਪਾਸਟ ਵਿੱਚੋਂ ਚੱਲ ਰਿਹਾ, ਸਟਾਰਟ ਹੋਇਆ ਪਾਸਟ ਵਿੱਚ ਚੱਲ ਰਿਹਾ ਆ ਤੇ ਹੁਣ ਵੀ ਚੱਲ ਰਿਹਾ, ਪਾਸਟ ਤੋਂ ਸਟਾਰਟ ਹੋਇਆ ਤੇ ਹੁਣ ਵੀ ਚੱਲ ਰਿਹਾ। ਜਾਂ ਕਹਿ ਸਕਦੇ ਆ ਕਿ ਕੰਮ ਦਾ ਕੁਛ ਹਿੱਸਾ ਹੋ ਚੁੱਕਾ ਹੈ ਤੇ ਕੁਛ ਹੋ ਰਿਹਾ। ਸੋ ਉਹ ਵਾਲੇ ਵਾਕ ਜਿਹੜੇ ਆ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਆਉਂਦੇ ਹਨ। ਸੋ ਇਹਦੀ ਪਛਾਣ ਕੀ ਆ? ਇੱਕ ਇਸ 'ਚ ਤੋਂ ਲੱਗਾ ਹੁੰਦਾ ਹੈ। ਠੀਕ ਹੈ, ਤੋਂ, ਉਸ ਤੋਂ ਬਾਅਦ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ, ਇਹ ਅੰਤ ਵਿੱਚ ਲੱਗਾ ਹੁੰਦਾ। ਜਾਂ ਕਹਿ ਸਕਦੇ ਆ ਜੇਕਰ ਸਾਡੇ ਕੋਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦਾ ਵਾਕ ਹੋਵੇ ਪਰ ਫਰਕ ਕੀ ਹੈ ਕਿ ਨਾਲ ਸਮਾਂ ਦੱਸਿਆ ਹੋਵੇ। ਠੀਕ ਹੈ, ਜਦੋਂ ਅਸੀਂ ਕਿਹਾ ਕਿ ਗਗਨ ਫੁੱਟਬਾਲ ਖੇਡ ਰਿਹਾ ਹੈ, ਜੇਕਰ ਇਹ ਵਾਕ ਆ ਜਾਂਦਾ ਫਿਰ ਕਿਹੜਾ ਹੈ? ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਜੇ ਅਸੀਂ ਕਹਿੰਦੇ ਆ ਕਿ ਗਗਨ 2 ਘੰਟੇ ਤੋਂ ਫੁੱਟਬਾਲ ਖੇਡ ਰਿਹਾ ਹੈ, ਉੱਥੇ ਸਮਾਂ ਵੀ ਆ ਗਿਆ ਤੇ ਉਸ ਕੇਸ ਨੂੰ ਆਪਾਂ ਕਹਿ ਜਾਣਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਸੋ ਇੱਥੇ ਤੋਂ ਦਾ ਮਤਲਬ ਇਹ ਆ ਕਿ ਨਾਲ ਸਮਾਂ ਦੱਸ ਕੇ ਅੱਗੇ ਲਿਖਿਆ ਹੁੰਦਾ ਹੈ। ਠੀਕ ਹੈ, ਰਮਨ 12 ਤਰੀਕ ਤੋਂ ਕਾਲਜ ਜਾ ਰਿਹਾ ਹੈ। ਸੋ ਜੇ ਅਸੀਂ ਕਹੀਏ ਰਮਨ ਕਾਲਜ ਜਾ ਰਿਹਾ ਹੈ, ਫਿਰ ਕੀ ਆ? ਪ੍ਰੈਜ਼ੈਂਟ ਕੰਟੀਨਿਊਸ। ਜੇ ਅਸੀਂ ਨਾਲ ਸਮਾਂ ਦੱਸਤਾ 12 ਤਰੀਕ ਤੋਂ, ਸੋ ਉਸ ਕੇਸ ਦੇ ਵਿੱਚ ਉਹ ਕੀ ਆ ਗਿਆ? ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਸੋ ਇਹਦਾ ਰੂਲ ਦੇਖਦੇ ਆ। ਅਫਰਮੇਟਿਵ ਦੇ ਵਿੱਚ ਸਬਜੈਕਟ ਉਸ ਦੇ ਨਾਲ ਹੈਜ਼ ਜਾਂ ਹੈਵ ਨਾਲ ਵਿਨ ਲੱਗਣਾ ਹੈ, ਵਰਬ ਦੀ ਪਹਿਲੀ ਫਾਰਮ ਲੱਗਣੀ ਹੈ, ਵਰਬ ਦੀ ਪਹਿਲੀ ਫਾਰਮ ਨਾਲ ING ਪਲੱਸ ਆਬਜੈਕਟ
प्लस सिंस या फॉर ते लास्ट विच टाइम। ठीक है जी। हैज़ ते हैव ਇਹਦਾ रूल सेम रहना परफेक्ट वाला। एक वचन ਦੇ ਨਾਲ हैज़ लगना आ, आई ਤੇ ਬਹੁ वचन ਦੇ ਨਾਲ हैव लगना है। ठीक है जी। उस तो बाद नैगेटिव ਦੇ ਵਿੱਚ सब्जैक्ट हैज़ ਜਾਂ हैव, उस तो बाद नॉट, फिर वेन, वर्ब ਦੀ ਪਹਿਲੀ ਫਾਰਮ ਦੇ ਨਾਲ ing, ऑब्जेक्ट, सिंस फॉर ਤੇ टाइम। इंटैरोगेटिव ਦੇ ਵਿੱਚ ਅਸੀਂ हैज़ ਜਾਂ हैव ਪਹਿਲਾਂ ਲਗਾ ਦੇਵਾਂਗੇ ਸਬਜੈਕਟ ਤੋਂ, ਤੇ ਵਿਨ ਜਿਹੜਾ ਸਬਜੈਕਟ ਤੋਂ ਬਾਅਦ ਵਿੱਚ ਲੱਗਣਾ ਹੈ। ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਪਲੱਸ ing ਪਲੱਸ ਆਬਜੈਕਟ ਪਲੱਸ ਸਿੰਸ ਫॉर ਪਲੱਸ ਟਾਈਮ, ਤੇ ਲਾਸਟ ਵਿੱਚ ਹੈ ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸ, ਮਤਲਬ ਕਿ ਨਾਂਹਵਾਚਕ ਪ੍ਰਸ਼ਨਵਾਚਕ ਵਾਕ ਦੋਨਾਂ ਦਾ ਕੰਬੀਨੇਸ਼ਨ। ਸੋ ਇਸ ਕੇਸ ਦੇ ਵਿੱਚ ਅਸੀਂ हैज़ हैव ਸਬਜੈਕਟ ਪਲੱਸ ਨॉट ਪਲੱਸ ਵਿਨ ਪਲੱਸ ਵਰਬ ਦੀ ਫਸਟ ਫਾਰਮ ਪਲੱਸ ing ਪਲੱਸ ਆਬਜੈਕਟ ਪਲੱਸ ਸਿੰਸ ਫॉर ਪਲੱਸ ਟਾਈਮ, ਤੇ ਲਾਸਟ ਵਿੱਚ ਅਸੀਂ ਕੁਐਸਚਨ ਮਾਰਕ ਲਾਉਣਾ। ਹੁਣ ਸਿੰਸ ਤੇ ਫॉर ਦਾ ਕੀ ਡਿਫਰੈਂਸ ਹੈਗਾ ਆ, ਕਿਉਂਕਿ ਬਹੁਤੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇਹ ਚੀਜ਼ ਕਨਫਿਊਜ਼ ਕਰਦੀ ਕਿ ਅਸੀਂ ਸਿੰਸ ਕਿੱਥੇ ਲਾਉਣਾ ਹੈ ਤੇ ਫॉर ਕਿੱਥੇ ਲਾਉਣਾ। ਸੋ ਇਹਦਾ ਇਹ ਹੈ ਕਿ ਜੇਕਰ ਸਾਨੂੰ ਇੱਕ ਪੱਕਾ ਸਮਾਂ ਦੱਸਿਆ, ਜਾਂ ਇਹਨੂੰ ਆਪਾਂ ਅਸੀਂ ਕਹਿ ਸਕਦੇ ਹਾਂ ਪੁਆਇੰਟ ਆਫ ਟਾਈਮ। ਸੋ ਜੇਕਰ ਸਮੇਂ ਦਾ ਇੱਕ ਪੁਆਇੰਟ ਦੱਸਿਆ ਆ ਕਿ ਕਿੰਨੇ ਸਮੇਂ ਤੋਂ ਜਾਂ ਕਿੰਨੀ ਤਰੀਕ ਤੋਂ, ਕਿਹੜੇ ਸਾਲ ਤੋਂ, ਉਸ ਕੇਸ ਵਿੱਚ ਅਸੀਂ ਸਿੰਸ ਲਗਾਉਂਦੇ ਹਾਂ। ਇਹਦੀ ਜਾਂ ਮੈਂ ਉਦਾਹਰਨ ਦੇ ਨਾਲ ਤੁਹਾਨੂੰ ਸਮਝਾਉਣਾ ਕਿ ਸੁਰਿੰਦਰ 10 ਤਰੀਕ ਤੋਂ ਕਾਲਜ ਜਾ ਰਿਹਾ ਹੈ। ਸੋ ਇੱਥੇ ਕੀ ਆ, ਸਮਾਂ ਦੱਸਤਾ ਕਿ 10 ਤਰੀਕ ਤੋਂ, ਇੱਕ ਪੱਕਾ ਪੁਆਇੰਟ ਦੱਸਤਾ ਕਿ ਇੰਨੀ ਤਰੀਕ ਤੋਂ ਜਾ ਰਿਹਾ। ਸੋ ਉਸ ਕੇਸ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ, ਕੀ ਲਾਉਣਾ ਆ, ਸਿੰਸ ਲਾਉਣਾ ਹੈ। ਠੀਕ ਹੈ। ਜਦੋਂ ਵੀ ਸਮੇਂ ਦਾ ਇੱਕ ਪੁਆਇੰਟ ਦੱਸਿਆ ਹੈ ਕਿ ਕਿੰਨੇ ਸਮੇਂ ਤੋਂ ਕੋਈ ਕੰਮ ਚੱਲ ਰਿਹਾ ਆ, ਉਸ ਕੇਸ ਵਿੱਚ ਅਸੀਂ ਸਿੰਸ ਲਾਉਣਾ ਆ। ਬਟ ਜੇਕਰ ਸਮੇਂ ਦੀ ਮਿਣਤੀ ਦੱਸੀ ਆ, ਫੋਰ ਐਗਜ਼ਾਮਪਲ ਰਮਨ 10 ਦਿਨਾਂ ਤੋਂ ਕਾਲਜ ਜਾ ਰਿਹਾ ਹੈ, ਉੱਥੇ 10 ਦਿਨ ਉਹ ਕਾਊਂਟਿੰਗ ਦੱਸਦੀ ਆ, ਨਾ ਕਿ ਸਮਾਂ ਦੱਸਿਆ ਪੁਆਇੰਟ। ਸੋ ਜਿੱਥੇ ਸਮੇਂ ਦੀ ਕਾਊਂਟਿੰਗ ਜਾਂ ਗਿਣਤੀ ਮਿਣਤੀ ਆ, ਉਸ ਕੇਸ ਵਿੱਚ ਅਸੀਂ ਫॉर ਲਾਉਣਾ ਹੈ, ਤੇ ਜੇਕਰ ਸਮਾਂ ਐਗਜ਼ੈਕਟ ਦੱਸਿਆ ਆ, ਇੱਕ ਪੁਆਇੰਟ ਆਫ ਟਾਈਮ ਦੱਸਿਆ ਆ, ਫਿਰ ਅਸੀਂ ਸਿੰਸ ਲਾਉਣਾ ਹੈ। ਹੁਣ ਇਹਨਾਂ ਦੀ ਜਲਦੀ ਉਦਾਹਰਨਾਂ ਕਰ ਲੈਂਦੇ ਹਾਂ। ਸੇਮ ਉਦਾਹਰਨ ਆਪਾਂ ਲੈ ਲੈਂਦੇ ਹਾਂ ਕਿ ਰਮਨ 10 ਤਰੀਕ ਤੋਂ ਕਾਲਜ ਜਾ ਰਿਹਾ ਹੈ। ਸੋ ਅਸੀਂ ਇਹ 'ਚ ਦੇਖਿਆ ਕਿ ਜੇ ਪੰਜਾਬੀ ਦਾ ਵਾਕ ਆ, ਲਾਸਟ ਵਿੱਚ ਰਿਹਾ ਹੈ ਲੱਗਾ ਆ ਪਲੱਸ ਸਮਾਂ ਦੱਸਿਆ, ਤੇ ਇਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਬਣ ਜਾਣਾ ਆ। ਸੋ ਇਹਦੀ ਇੰਗਲਿਸ਼ ਕੀ ਬਣਨੀ ਆ, ਰਮਨ ਹੈਜ਼ ਬੀਨ ਗੋਇੰਗ ਟੂ ਕਾਲਜ। ਰਮਨ 10 ਤਰੀਕ ਤੋਂ ਕਾਲਜ ਜਾ ਰਿਹਾ ਹੈ। ਰਮਨ ਹੈਜ਼ ਬੀਨ ਗੋਇੰਗ ਟੂ ਕਾਲਜ। ਹੁਣ 10 ਤਰੀਕ ਕੀ ਹੈ, ਇੱਕ ਪੁਆਇੰਟ ਦੱਸਿਆ, ਸੋ ਸਿੰਸ 10। ਠੀਕ ਹੈ ਜੀ। 10 ਤਰੀਕ ਸਿੰਸ 10 ਤਰੀਕ ਜਾਂ ਅਸੀਂ ਕਹਿ ਸਕਦੇ 10 ਮਈ ਤੋਂ, ਸਿੰਸ 10th ਮਈ। ਸੋ ਜਦੋਂ ਇਹ ਆਵੇਗਾ ਕਿ ਰਮਨ 10 ਦਿਨਾਂ ਤੋਂ ਕਾਲਜ ਜਾ ਰਿਹਾ ਹੈ, ਦੈਨ ਰਮਨ ਹੈਜ਼ ਬੀਨ ਗੋਇੰਗ ਟੂ ਕਾਲਜ ਫॉर 10 days। ਸੋ ਨੈਗੇਟਿਵ ਵਾਲਾ ਆਉਂਦੇ ਆ, ਨੈਗੇਟਿਵ ਦਾ ਵੀ ਸੇਮ ਰਹੇਗਾ, ਬਸ ਫਰਕ ਕੀ ਪੈਣਾ ਕਿ ਉਹਦੇ ਵਿੱਚ ਨੋਟ ਲੱਗ ਜਾਣਾ। ਰਮਨ 10 ਜੂਨ ਤੋਂ ਕਾਲਜ ਨਹੀਂ ਜਾ ਰਿਹਾ ਹੈ। ਰਮਨ ਹੈਜ਼ ਨਾਟ ਗੋਇੰਗ ਟੂ ਕਾਲਜ ਸਿੰਸ 10th ਜੂਨ। ਠੀਕ ਹੈ ਜੀ। ਤੇ ਜੇ ਅਸੀਂ ਕਹਾਂਗੇ ਕਿ ਰਮਨ 10 ਦਿਨਾਂ ਤੋਂ ਕਾਲਜ ਨਹੀਂ ਜਾ ਰਿਹਾ ਹੈ, ਰਮਨ ਹੈਜ਼ ਨਾਟ ਗੋਇੰਗ ਟੂ ਕਾਲਜ ਫॉर 10 days। ਸੋ ਇਹਦਾ ਮੇਨ ਇਹ ਚੀਜ਼ ਜਿਹੜੀ ਕਨਫਿਊਜ਼ ਕਰਦੀ ਆ, ਉਹ ਤੁਹਾਨੂੰ ਮੈਨੂੰ ਲੱਗਦਾ ਕਿ ਕਲੀਅਰ ਹੋ ਗਿਆ ਹੋਵੇਗਾ। ਜੇਕਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਆ। ਤੇ ਸਿੰਸ ਫॉर ਦਾ ਕਿਉਂਕਿ ਮੇਨ ਖਿਆਲ ਇਸ ਦੇ ਵਿੱਚ ਰੱਖਣਾ ਪੈਂਦਾ ਹੈ, ਤੇ ਇਹਦੇ ਕਰਕੇ ਇਹਦਾ ਮਾਰਕਸ ਘੱਟ ਜਾਂਦੇ ਆ। ਇੰਟੈਰੋਗੇਟਿਵ ਕਿ ਰਾਹੁਲ 10 ਦਿਨਾਂ ਤੋਂ ਕਾਲਜ ਆ ਰਿਹਾ ਹੈ, ਕਿ ਰਾਹੁਲ 10 ਦਿਨਾਂ ਤੋਂ ਕਾਲਜ ਆ ਰਿਹਾ ਹੈ। ਉਹ ਇੱਥੇ ਹੁਣ ਸਾਨੂੰ ਗਿਣਤੀ ਦੱਸੀ 10 ਦਿਨਾਂ ਤੋਂ। ਠੀਕ ਹੈ। ਹੈਜ਼ ਰਾਹੁਲ ਬੀਨ ਕਮਿੰਗ ਕਾਲਜ ਫॉर 10 days। ਠੀਕ ਹੈ ਜੀ। ਤੇ ਜੇਕਰ ਇੱਥੇ ਤਰੀਕ ਦੱਸੀ ਹੁੰਦੀ, ਫਿਰ ਅਸੀਂ ਕੀ ਲਾਉਣਾ ਸੀ, ਸਿੰਸ। ਤੇ ਨੈਗੇਟਿਵ ਇੰਟੈਰੋਗੇਟਿਵ ਵਾਲਾ ਹੁਣ ਆਪਾਂ ਦੇਖਦੇ ਹਾਂ। ਇਹਦੀ ਉਦਾਹਰਨ ਆਪਾਂ ਇੱਕ ਲੈਂਦੇ ਹਾਂ, ਅੱਜ ਸਵੇਰੇ 10 ਵਜੇ ਤੋਂ ਮੀਂਹ ਪੈ ਰਿਹਾ ਹੈ, ਜਾਂ ਸੌਰੀ ਕੀ ਅੱਜ ਸਵੇਰੇ 10 ਵਜੇ ਤੋਂ ਮੀਂਹ ਪੈ ਰਿਹਾ ਹੈ। ਠੀਕ ਹੈ। ਕੀ ਅੱਜ ਸਵੇਰੇ 10 ਵਜੇ ਤੋਂ ਮੀਂਹ ਪੈ ਰਿਹਾ ਹੈ। Has it been raining
ठीक है जी, हैज इट बिन रेनिंग टुडे सिंस 10 o'clock morning। ठीक है जी। सो उस तो बाद हुण आपां अगे पहुंचते हैं अगले टेंस वाल। अगला साडा हैगा आ पास्ट टेंस। पास्ट टेंस दे रूल्स आपां हुण देखदे हां कि ਉਹਦੇ ਵਿੱਚ ਕੀ ਬਣਨਾ है। पहला पास्ट इंडेफिनिट टेंस, ठीक है, ਇਹਦੀ ਪਛਾਣ ਕੀ ਆ, ਆ ਏ ਈ ਅੰਤ ਵਿੱਚ ਲੱਗਾ ਹੁੰਦਾ ਹੈ। ਠੀਕ ਹੈ, ਜਦੋਂ ਰਾਹੁਲ ਕ੍ਰਿਕਟ ਖੇਡਣ ਗਿਆ, ਠੀਕ ਹੈ, ਰਮਨ ਬਾਜ਼ਾਰ ਗਈ। ਸੋ ਇਦਾਂ ਦੇ ਜਿੰਨੇ ਵੀ ਟੈਂਸ ਹਨ, ਸੈਂਟੈਂਸ ਹਨ ਜਿਹੜੇ ਆ ਏ ਈ ਜਾਂ ਈਆਂ ਦੇ ਨਾਲ ਐਂਡ ਹੁੰਦੇ ਆ, ਉਹ ਸਾਰੇ ਪਾਸਟ ਇੰਡੈਫੀਨਿਟ ਦੇ ਵਿੱਚ ਆਉਣਗੇ। रूल ਇਹਦਾ ਹੁਣ ਦੇਖਦੇ ਆ। ਅਫਰਮੇਟਿਵ ਦਾ ਰੂਲ ਕੀ ਹੈਗਾ ਆ, ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਪਲੱਸ ਆਬਜੈਕਟ। ਸੋ ਇੱਥੇ SIS ਦਾ ਕੋਈ ਚੱਕਰ ਨਹੀਂ ਆ, ਅਸੀਂ ਸਬਜੈਕਟ ਲਾਉਣਾ ਆ, ਵਰਬ ਦੀ ਦੂਜੀ ਫਾਰਮ ਲਾਉਣੀ ਆ, ਉਸ ਤੋਂ ਅਸੀਂ ਆਬਜੈਕਟ ਲਗਾ ਦੇਣਾ। ਨੈਗੇਟਿਵ ਵੱਲ ਆਉਂਦੇ ਆ। ਨੈਗੇਟਿਵ ਦਾ ਰੂਲ ਮੈਂ ਕੀ ਲਿਖਿਆ ਆ, ਸਬਜੈਕਟ ਪਲੱਸ ਡਿਡ ਨਾਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਉਸ ਤੋਂ ਬਾਅਦ ਇੰਟਰੋਗੇਟਿਵ, ਡਿਡ ਪਲੱਸ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਤੇ ਨੈਗੇਟਿਵ ਇੰਟਰੋਗੇਟਿਵ ਉਸ ਕੇਸ ਦੇ ਵਿੱਚ ਆਪਾਂ ਨਾਟ ਜਿਹੜਾ ਸਬਜੈਕਟ ਤੋਂ ਬਾਅਦ ਲਾਉਣਾ ਹੈ। ਡਿਡ ਪਲੱਸ ਸਬਜੈਕਟ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ ਪਲੱਸ ਕੁਐਸਚਨ ਮਾਰਕ। ਸੋ ਇਹਦੇ 'ਚ ਇੱਕ ਖਿਆਲ ਰੱਖਣਾ ਹੈ ਕਿ ਹਾਂ ਵਾਚਕ ਦੇ ਕੇਸ ਵਿੱਚ ਅਸੀਂ ਵਰਬ ਦੀ ਦੂਜੀ ਫਾਰਮ ਲਾਉਣੀ ਹੈ, ਤੇ ਬਾਕੀ ਇਹਦੇ ਜਿੰਨੇ ਪਾਰਟ ਹੈਗੇ ਆ, ਨੈਗੇਟਿਵ ਹੈਗਾ, ਇੰਟਰੋਗੇਟਿਵ ਆ ਜਾਂ ਨੈਗੇਟਿਵ ਇੰਟਰੋਗੇਟਿਵ ਆ, ਉਸ ਕੇਸ ਦੇ ਵਿੱਚ ਆਪਾਂ ਵਰਬ ਦੀ ਪਹਿਲੀ ਫਾਰਮ ਲਾਉਣੀ ਹੈ। ਹੁਣ ਇਹਦੀਆਂ ਉਦਾਹਰਨਾਂ ਦੇਖਦੇ ਹਾਂ। ਕੀ ਗਗਨ ਨੇ ਖਾਣਾ ਖਾਧਾ? ਮੈਂ ਸਿੱਧਾ ਇੰਟਰੋਗੇਟਿਵ ਦੀ ਉਦਾਹਰਨ ਪਾਈ ਆ। ਕੀ ਗਗਨ ਨੇ ਖਾਣਾ ਖਾਧਾ? ਡਿਡ ਗਗਨ ਈਟ ਫੂਡ? ਠੀਕ ਹੈ। ਜਾਂ ਕੀ ਗਗਨ ਨੇ ਖਾਣਾ ਨਹੀਂ ਖਾਧਾ? ਡਿਡ ਗਗਨ ਨਾਟ ਈਟ ਫੂਡ? ਠੀਕ ਹੈ। ਉਸ ਤੋਂ ਬਾਅਦ ਗਗਨ ਨੇ ਖਾਣਾ ਖਾਧਾ, ਹਾਂ ਵਾਚਕ ਵੱਲ ਆ ਜਾਂਦੇ ਆ। ਗਗਨ ਨੇ ਖਾਣਾ ਖਾਧਾ, ਗਗਨ ਈਟ ਦੀ ਦੂਜੀ ਫਾਰਮ ਕੀ ਹੁੰਦੀ, ਏਟ। ਗਗਨ ਏਟ ਫੂਡ। ਤੇ ਜੇ ਗਗਨ ਨੇ ਖਾਣਾ ਨਹੀਂ ਖਾਧਾ, ਉਸ ਕੇਸ ਵਿੱਚ ਗਗਨ ਡਿਡ ਨਾਟ ਈਟ ਫੂਡ। ਸੋ ਇਹਦੇ 'ਚ ਹਾਂ ਵਾਚਕ ਦੇ ਵਿੱਚ ਵਰਬ ਦੀ ਦੂਜੀ ਫਾਰਮ ਲੱਗਣੀ ਆ, ਬਾਕੀਆਂ ਦੇ ਵਿੱਚ ਪਹਿਲੀ ਫਾਰਮ ਲੱਗਣੀ ਆ। ਹੁਣ ਇਸ ਤੋਂ ਬਾਅਦ ਅੱਗੇ ਦੇਖਦੇ ਆ ਪਾਸਟ ਕੰਟੀਨਿਊਅਸ ਟੈਂਸ। ਪਾਸਟ ਕੰਟੀਨਿਊਅਸ ਟੈਂਸ ਦੀ ਪਛਾਣ ਕੀ ਆ, ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ ਅੰਤ ਵਿੱਚ ਲੱਗਾ ਹੁੰਦਾ। ਜਿੱਦਾਂ ਪ੍ਰੈਜ਼ੈਂਟ ਦੇ ਵਿੱਚ ਕੀ ਸੀ, ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ, ਤੇ ਇਹਦੇ 'ਚ ਹੈ, ਹਨ, ਸੀ, ਉਹਦੇ ਸਾਥ ਲੱਗ ਜਾਂਦਾ ਸੀ ਤੇ ਸਨ। ਠੀਕ ਹੈ ਜੀ। ਅਫਰਮੇਟਿਵ ਦਾ ਰੂਲ ਕੀ ਕਹਿੰਦਾ ਆ, ਸਬਜੈਕਟ ਪਲੱਸ ਵਾਜ਼ ਵਰ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING ਪਲੱਸ ਆਬਜੈਕਟ। ਸੋ ਜੇਕਰ ਇੱਥੇ ਸਬਜੈਕਟ ਇੱਕ ਵਚਨ ਆ, ਫਿਰ ਅਸੀਂ ਵਾਜ਼ ਲਾਉਣਾ ਹੈ, ਜੇ ਬਹੁਵਚਨ ਆ ਤੇ ਫਿਰ ਵਰ ਲਾਉਣਾ ਹੈ। ਸੋ ਇਹ ਸਭ ਤੋਂ ਪਾਸਟ ਟੈਂਸ ਜਿਹੜਾ ਆ ਸਭ ਤੋਂ ਸੌਖਾ ਟੈਂਸ ਆ ਸਾਰੇ ਟੈਂਸਾਂ ਦੇ ਵਿੱਚ, ਕਿਉਂਕਿ ਇਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਰੂਲਸ ਦਾ ਮਿਕਸਅਪ ਨਹੀਂ ਹੁੰਦਾ, ਸਿੰਪਲ ਰੂਲ ਹੁੰਦੇ ਆ, ਇਸ ਕਰਕੇ ਇਹ ਸਭ ਤੋਂ ਸੌਖਾ ਟੈਂਸ ਆ। ਨੈਗੇਟਿਵ ਦਾ ਰੂਲ ਕੀ ਆ, ਸਬਜੈਕਟ ਪਲੱਸ ਵਾਜ਼ ਵਰ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING ਪਲੱਸ ਆਬਜੈਕਟ। ਸੋ ਰੂਲ ਸੇਮ ਰਹਿਣਾ, ਇੱਕ ਵਚਨ ਦੇ ਨਾਲ ਵਾਜ਼ ਤੇ ਬਹੁਵਚਨ ਨਾਲ ਵਰ। ਇੰਟਰੋਗੇਟਿਵ, ਵਾਜ਼ ਵਰ ਅਸੀਂ ਪਹਿਲਾਂ ਲਾਉਣਾ ਆ, ਉਸ ਤੋਂ ਬਾਅਦ ਸਬਜੈਕਟ ਲੱਗੇਗਾ, ਫਿਰ ਵਰਬ ਦੀ ਫਸਟ ਫਾਰਮ ਲੱਗੇਗੀ, ਉਸ ਤੋਂ ਬਾਅਦ ING ਲੱਗੇਗਾ ਵਰਬ ਦੀ ਫਸਟ ਫਾਰਮ ਦੇ ਨਾਲ, ਲਾਸਟ ਵਿੱਚ ਆਬਜੈਕਟ ਲੱਗੇਗਾ, ਤੇ ਅਸੀਂ ਕੁਐਸਚਨ ਮਾਰਕ ਦੇ ਨਾਲ ਵਾਕ ਨੂੰ ਐਂਡ ਕਰ ਦੇਣਾ ਹੈ। ਨੈਗੇਟਿਵ ਇੰਟਰੋਗੇਟਿਵ ਦੇ ਕੇਸ ਦੇ ਵਿੱਚ ਵਾਜ਼ ਵਰ ਪਲੱਸ ਸਬਜੈਕਟ ਪਲੱਸ ਨਾਟ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਆਬਜੈਕਟ, ਤੇ ਲਾਸਟ ਵਿੱਚ ਕੁਐਸਚਨ ਮਾਰਕ। ਸੋ ਇਹਦੀਆਂ ਅਸੀਂ ਹੁਣ ਕੁਝ ਉਦਾਹਰਨਾਂ ਦੇਖਦੇ ਹਾਂ। ਰਮਨ ਲੁਧਿਆਣੇ ਨੂੰ ਜਾ ਰਹੀ ਸੀ। ਠੀਕ ਹੈ, ਰਹੀ ਸੀ ਐਂਡ ਦੇ ਵਿੱਚ ਆ ਗਿਆ, ਤੇ ਇਹ ਕੀ ਆ ਗਿਆ ਫਿਰ ਸਾਡੇ ਕੋਲ, ਪਾਸਟ ਕੰਟੀਨਿਊਅਸ ਟੈਂਸ। ਸੋ ਇਹਦੀ ਅਸੀਂ ਅੰਗਰੇਜ਼ੀ ਕਿੱਦਾਂ ਬਣਾਉਣੀ ਆ, ਸਬਜੈਕਟ ਦੇ ਨਾਲ ਵਾਜ਼ ਵਰ। ਹੁਣ ਰਮਨ ਇੱਕ ਵਚਨ ਆ, ਰਮਨ ਵਾਜ਼ ਗੋਇੰਗ ਟੂ ਲੁਧਿਆਣਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਗੇਟਿਵ ਦੇ ਵਿੱਚ ਦੇਖਦੇ ਆ, ਉਹ ਫੁੱਟਬਾਲ ਨਹੀਂ ਖੇਡ ਰਿਹਾ ਸੀ। ਠੀਕ ਹੈ ਜੀ, ਹੀ ਵਾਜ਼ ਨਾਟ ਪਲੇਇੰਗ ਫੁੱਟਬਾਲ। ਇੰਟਰੋਗੇਟਿਵ,
ਕੀ ਗਗਨ ਗਾਣਾ ਗਾ ਰਿਹਾ ਸੀ। ਸੋ ਰਿਹਾ ਸੀ ਐਂਡ ਦੇ ਵਿੱਚ ਆਇਆ ਤੇ ਮੋਰੇ ਕੀ ਲੱਗਾ ਜੇ ਜਿਹੜੇ ਪਾਸਟ ਕੰਟੀਨਿਊਸ ਦੇ ਇੰਟਰੋਗੇਟਿਵ ਦੇ ਅਕੋਰਡਿੰਗ ਇਹਦਾ ਸੈਂਟੈਂਸ ਬਣਨਾ ਹੈ। ਸੋ ਕੀ ਗਗਨ ਗਾਣਾ ਗਾ ਰਿਹਾ ਸੀ, ਵਾਜ਼ ਗਗਨ ਸਿੰਗਿੰਗ ਦਾ ਸੌਂਗ। ਤੇ ਲਾਸਟ ਵਿੱਚ ਕੀ ਗਗਨ ਗਾਣਾ ਨਹੀਂ ਗਾ ਰਿਹਾ ਸੀ, ਵਾਜ਼ ਗਗਨ ਨਾਟ ਸਿੰਗਿੰਗ ਸੌਂਗ। ਠੀਕ ਹੈ ਜੀ, ਇਹਦੀਆਂ ਉਦਾਹਰਨਾਂ ਹੈਗੀਆਂ ਆ ਪਾਸਟ ਕੰਟੀਨਿਊਸ ਟੈਂਸ ਦੀਆਂ। ਹੁਣ ਇਸ ਤੋਂ ਬਾਅਦ ਅਸੀਂ ਵੱਧਦੇ ਹਾਂ ਪਾਸਟ ਪਰਫੈਕਟ ਟੈਂਸ ਦੇ ਵੱਲ। ਸੋ ਉਹ ਵੀ ਬਹੁਤ ਹੀ ਸੌਖਾ ਟੈਂਸ ਹੈਗਾ, ਪ੍ਰੈਜ਼ੈਂਟ ਦੇ ਨਾਲੋਂ ਬਹੁਤ ਸੌਖਾ ਆ। ਸੋ ਇਹਦੀ ਪਛਾਣ ਕੀ ਹੋਣੀ, ਸਭ ਤੋਂ ਪਹਿਲਾਂ ਦੇਖਦੇ ਹਾਂ ਚੁੱਕਾ ਸੀ, ਚੁੱਕੀ ਸੀ, ਚੁੱਕੇ ਸਨ ਤਾਂ ਚੁੱਕੀਆਂ ਸਨ ਅੰਤ ਵਿੱਚ ਲੱਗਾ ਹੁੰਦਾ। ਠੀਕ ਹੈ, ਉਹ ਆਪਣਾ ਕੰਮ ਕਰ ਚੁੱਕਾ ਸੀ, ਸੀਤਾ ਗਾਣਾ ਗਾ ਚੁੱਕੀ ਸੀ। ਠੀਕ ਹੈ, ਅਸੀਂ ਜਲੰਧਰ ਜਾ ਚੁੱਕੇ ਸਾਂ ਜਾਂ ਅਸੀਂ ਜਲੰਧਰ ਜਾ ਚੁੱਕੇ ਸੀ। ਠੀਕ ਹੈ ਜੀ, ਇਹ ਜਿੰਨੇ ਵੀ ਵਾਕ ਆਉਣੇ ਆ ਸਾਰੇ ਪਾਸਟ ਪਰਫੈਕਟ ਟੈਂਸ ਦੇ ਵਿੱਚ ਆਉਣੇ ਆ। ਇਹਦੇ ਰੂਲ ਕੀ ਆ, ਅਫਰਮੇਟਿਵ ਦੇ ਕੇਸ ਦੇ ਵਿੱਚ ਅਸੀਂ ਲਾਉਣਾ ਸਬਜੈਕਟ ਪਲੱਸ ਹੈਡ ਪਲੱਸ V3 ਪਲੱਸ ਆਬਜੈਕਟ। ਸੋ ਇੱਥੇ ਸਬਜੈਕਟ ਜਿਹੜਾ ਮਰਜ਼ੀ ਆਵੇ ਅਸੀਂ ਉਹਦੇ ਨਾਲ ਚੁੱਪ ਕਰਕੇ ਹੈਡ ਲਾ ਦੇਣਾ ਤੇ ਵਰਬ ਦੀ ਤੀਜੀ ਫਾਰਮ ਲਾ ਦੇਣੀ ਆ। ਹੋਰ ਇਹਦੇ 'ਚ ਕੋਈ ਬਹੁਤਾ ਸੋਚਣ ਦਾ ਕੋਈ ਚੱਕਰ ਹੀ ਨਹੀਂ ਹੈਗਾ। ਅੱਗੇ ਆਪਾਂ ਆਉਂਦੇ ਨੈਗੇਟਿਵ ਵੱਲ। ਨੈਗੇਟਿਵ ਕੀ ਕਹਿੰਦਾ ਆ, ਸਬਜੈਕਟ ਪਲੱਸ ਹੈਡ ਨਾਟ ਪਲੱਸ V3 ਪਲੱਸ ਆਬਜੈਕਟ। ਸੋ ਜਿੱਥੇ ਹੈਡ ਲਾਇਆ ਸੀ ਹੈਡ ਦੇ ਨਾਲ ਆਪਾਂ ਚੱਕ ਕੇ ਇੱਕ ਨੋਟ ਵੀ ਲਾ ਦੇਣਾ। ਸੋ ਨੈਗੇਟਿਵ ਵੀ ਇਹਦਾ ਕੰਪਲੀਟ। ਇੰਟਰੋਗੇਟਿਵ ਦੇ ਕੇਸ ਦੇ ਵਿੱਚ ਅਸੀਂ ਹੈਡ ਪਹਿਲਾਂ ਲਾ ਦੇਣਾ ਆ, ਉਸ ਤੋਂ ਬਾਅਦ ਅਸੀਂ ਸਬਜੈਕਟ ਲਾ ਦੇਣਾ, ਵਰਬ ਦੀ ਤੀਜੀ ਫਾਰਮ ਲਾ ਦੇਣੀ, ਆਬਜੈਕਟ ਲਾ ਦੇਣਾ ਤੇ ਲਾਸਟ ਵਿੱਚ ਕੁਐਸਚਨ ਮਾਰਕ ਲਾ ਦੇਣਾ। ਨੈਗੇਟਿਵ ਇੰਟਰੋਗੇਟਿਵ ਹੈਡ ਸਬਜੈਕਟ ਨੋਟ ਵਰਬ ਦੀ ਤੀਜੀ ਫਾਰਮ ਤੇ ਆਬਜੈਕਟ। ਸੋ ਇਹਦੀਆਂ ਅਸੀਂ ਹੁਣ ਉਦਾਹਰਨਾਂ ਦੇਖਦੇ ਹਾਂ। ਠੀਕ ਹੈ ਜੀ, ਮੈਂ ਖਾਣਾ ਖਾ ਚੁੱਕਾ ਸੀ। ਠੀਕ ਹੈ, ਚੁੱਕਾ ਸੀ ਆ ਗਿਆ, I had eaten food, eat ate eaten ਇਹੀ ਹੁੰਦਾ ਨਾ। ਉਸ ਤੋਂ ਬਾਅਦ ਨੈਗੇਟਿਵ ਮੈਂ ਖਾਣਾ ਨਹੀਂ ਖਾ ਚੁੱਕਾ ਸੀ, I had not eaten food। ਇੰਟਰੋਗੇਟਿਵ ਕੀ ਮੈਂ ਖਾਣਾ ਖਾ ਚੁੱਕਾ ਸੀ, had I eaten food। ਤੇ ਲਾਸਟ ਨੈਗੇਟਿਵ ਇੰਟਰੋਗੇਟਿਵ ਕੀ ਮੈਂ ਖਾਣਾ ਨਹੀਂ ਖਾ ਚੁੱਕਾ ਸੀ, had I not eaten food। ਸੋ ਇਹ ਵਾਲਾ ਸਾਡਾ ਪਾਸਟ ਪਰਫੈਕਟ ਟੈਂਸ ਬਣਿਆ। ਤੇ ਇਹਦੇ 'ਚ ਰੂਲ ਇਹਦੇ ਸਭ ਤੋਂ ਸੌਖੇ ਆ। ਇੰਡੈਫੀਨਿਟ ਦੇ ਵਿੱਚ ਚਲੋ ਇੱਕ ਦੇ ਵਿੱਚ ਆਉਂਦਾ ਆ ਥੋੜਾ ਜਿਹਾ, ਬਾਕੀ ਸਾਰੇ ਜਿੰਨੇ ਪਾਸਟ ਦੇ ਹੈਗੇ ਆ ਸਾਰੇ ਸੌਖੇ ਹੀ ਆ। ਇਹ ਸਿੱਖਣਾ ਸਭ ਤੋਂ ਸੌਖਾ ਟੈਂਸ ਜੇ ਕਹੀਏ ਤੇ ਪਾਸਟ ਟੈਂਸ ਸਭ ਤੋਂ ਸੌਖਾ ਹੋਇਆ ਸਿੱਖਣਾ। ਹੁਣ ਲਾਸਟ ਵਿੱਚ ਅਸੀਂ ਵੱਧਦੇ ਹਾਂ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਦੇ ਵੱਲ। ਪਾਸਟ ਪਰਫੈਕਟ ਕੰਟੀਨਿਊਸ ਦਾ ਰੂਲ ਕੀ ਕਹਿੰਦਾ ਆ, ਤੋਂ ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ ਅੰਤ ਵਿੱਚ ਲੱਗਾ ਹੁੰਦਾ ਹੈ। ਸੋ ਇਹਦੇ 'ਚ ਕਹਿ ਸਕਦੇ ਹਾਂ ਕਿ ਪਾਸਟ ਕੰਟੀਨਿਊਸ ਦੇ ਵਿੱਚ ਜੇਕਰ ਨਾਲ ਸਮਾਂ ਵੀ ਦੱਸਿਆ ਹੋਵੇ ਤੇ ਉਹ ਕਿਹੜਾ ਬਣ ਜਾਂਦਾ ਹੈ, ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਠੀਕ ਹੈ, ਗਗਨ ਫੁੱਟਬਾਲ ਖੇਡ ਰਿਹਾ ਸੀ, ਉਹ ਕੀ ਆ, ਪਾਸਟ ਕੰਟੀਨਿਊਸ। ਗਗਨ 2 ਘੰਟਿਆਂ ਤੋਂ ਫੁੱਟਬਾਲ ਖੇਡ ਰਿਹਾ ਸੀ, ਇੱਥੇ ਆਪਾਂ ਨਾਲ ਸਮਾਂ ਵੀ ਦੱਸਤਾ ਕਿ 2 ਘੰਟਿਆਂ ਤੋਂ ਲੱਗਾ ਆ, ਇਹਨੂੰ ਹੋਰ ਕੋਈ ਕੰਮ ਹੀ ਨਹੀਂ। ਠੀਕ ਹੈ, ਉਹ ਕਿਹੜਾ ਆ ਗਿਆ, ਪਾਸਟ ਪਰਫੈਕਟ ਕੰਟੀਨਿਊਸ। ਠੀਕ ਹੈ ਜੀ, ਜਾਂ ਅਸੀਂ ਕਹਿੰਦੇ ਆ ਕਿ ਰਮਨ 10 ਵਜੇ ਤੋਂ ਫੁੱਟਬਾਲ ਖੇਡ ਰਿਹਾ ਸੀ, ਇੱਕ ਪੁਆਇੰਟ ਵੀ ਦੱਸਤਾ ਤੇ ਦੂਜਾ ਗਿਣਤੀ ਮਿਣਤੀ ਵੀ ਦੱਸਤੀ। ਠੀਕ ਹੈ ਜੀ, ਉਸ ਤੋਂ ਬਾਅਦ ਹੁਣ ਆਪਾਂ ਇਹਦੇ ਰੂਲ ਦੇਖ ਲੈਂਦੇ ਆ। ਅਫਰਮੇਟਿਵ ਸਬਜੈਕਟ ਪਲੱਸ ਹੈਡ ਬਿਨ ਪਲੱਸ V1 ਪਲੱਸ ING ਪਲੱਸ ਆਬਜੈਕਟ ਪਲੱਸ ਸਿੰਸ ਜਾਂ ਫॉर ਤੇ ਉਸ ਤੋਂ ਬਾਅਦ ਟਾਈਮ। ਨੈਗੇਟਿਵ ਸਬਜੈਕਟ ਪਲੱਸ ਹੈਡ ਨਾਟ ਬਿਨ। ਠੀਕ ਹੈ ਜੀ, ਨੈਗੇਟਿਵ ਦੇ ਵਿੱਚ ਕੀ ਆ, ਹਾਂ ਵਾਚਕ ਵਾਲਾ ਸੇਮ ਰੂਲ ਰਹਿਣਾ ਆ, ਬਟ ਫਰਕ ਕਿੱਥੇ ਆਉਣਾ, ਹੈਡ ਤੋਂ ਬਾਅਦ ਹੈਡ ਤੇ ਬਿਨ ਦੇ ਗੱਭੇ ਆਪਾਂ ਨੋਟ ਫਸਾ ਦੇਣਾ ਲਿਆ ਕੇ, ਚੱਲ ਵੀ ਕਹਿਣਾ ਤੂੰ ਨੈਗੇਟਿਵ ਬਣ ਜਾ। ਉਸ ਤੋਂ ਬਾਅਦ ਆਪਾਂ ਇੰਟਰੋਗੇਟਿਵ ਵੱਲ ਆਉਂਦੇ ਆ। ਉਸ ਕੇਸ ਦੇ ਵਿੱਚ ਆਪਾਂ ਹੈਡ ਸਭ ਤੋਂ ਮੂਹਰੇ ਲਾ ਦੇਣਾ, ਸਬਜੈਕਟ ਲਾ ਦੇਣਾ, ਵਿਨ ਨੂੰ ਆਪਾਂ ਸਬਜੈਕਟ ਤੋਂ ਬਾਅਦ ਲਾਉਣਾ ਆ, ਵਰਬ ਦੀ ਪਹਿਲੀ ਫਾਰਮ ਨਾਲ ਆਬਜੈਕਟ ਲੱਗਣਾ ਆ, ਵਰਬ ਦੀ ਪਹਿਲੀ ਫਾਰਮ ਨਾਲ ING ਲੱਗਣਾ, ਉਸ ਤੋਂ ਬਾਅਦ ਆਬਜੈਕਟ, ਸਿੰਸ, ਫॉर ਤੇ ਟਾਈਮ। ਨੈਗੇਟਿਵ ਇੰਟਰੋਗੇਟਿਵ ਹੈਡ ਸਬਜੈਕਟ ਨੋਟ ਬਿਨ ਵਰਬ ਦੀ ਫਸਟ ਫਾਰਮ ING ਆਬਜੈਕਟ ਸਿੰਸ ਫॉर ਤੇ ਟਾਈਮ। ਪੜ੍ਹਨੇ ਨੂੰ ਬੜਾ ਲੰਬਾ ਜਿਹਾ ਲੱਗਦਾ ਨਾ ਰੂਲ, ਹੈ ਕੁਛ ਨਹੀਂ ਹੋਇਆ। ਹੁਣ ਇਹਦੇ 'ਚ ਸਿੰਸ ਫॉर ਦਾ ਸੇਮ ਰਹਿਣਾ ਜੋ ਅਸੀਂ ਪ੍ਰੈਜ਼ੈਂਟ ਦੇ ਵਿੱਚ ਪੜ੍ਹਿਆ ਸੀਗਾ। ਜੇਕਰ ਸਾਨੂੰ ਪੱਕਾ ਸਮਾਂ ਦੱਸਿਆ ਹੈ ਕਿ ਕਿੰਨੇ ਟਾਈਮ ਤੋਂ, ਪੁਆਇੰਟ ਆਫ ਟਾਈਮ 10 ਵਜੇ ਤੋਂ, ਠੀਕ ਹੈ 10 ਜੂਨ 2020 ਤੋਂ, ਠੀਕ ਹੈ 15 ਫਰਵਰੀ 2019 ਤੋਂ, ਜਦੋਂ ਸਾਨੂੰ ਐਗਜ਼ੈਕਟ ਸਮਾਂ ਦੱਸ ਦਿੱਤਾ ਆ ਫਿਰ ਅਸੀਂ ਇਹਨੂੰ ਕਹਿੰਦੇ ਆ ਸਿੰਸ ਲੱਗਣਾ ਆ।
जे एग्जैक्ट नहीं अंदाजा दसिया है कि 100 दिनों तो 10 दिनों तो 2 घंटिया तो उस केस में आपां की लाउणा आ फॉर। ਇਹਦੀਆਂ ਉਦਾਹਰਨਾਂ देख ਲੈਂਦੇ ਆ। उदाहरण ਕਿਹੜੀ ਲਈਏ ਹੁਣ, ਕਿਹਦਾ ਨਾਮ ਵਰਤੀਏ ਹੁਣ? ਰਾਹੁਲ ਨੂੰ ਚੱਕ ਲਈਏ। ਠੀਕ ਹੈ, ਰਾਹੁਲ 2 ਵਜੇ ਤੋਂ ਫੁੱਟਬਾਲ ਖੇਡ ਰਿਹਾ ਸੀ। ਰਾਹੁਲ ਹੈਡ ਬੀਨ ਪਲੇਇੰਗ ਫੁੱਟਬਾਲ 2 ਵਜੇ ਤੋਂ। 2 ਵਜੇ ਕੀ ਦੱਸਦਾ? ਇੱਕ ਟਾਈਮ ਦੱਸਦਾ ਆ, ਪੁਆਇੰਟ ਆਫ ਟਾਈਮ, ਸਿੰਸ 2 o'clock। ਓਕੇ, ਜੇ ਅਸੀਂ ਕਹਿਣਾ ਹੈ ਕਿ ਰਾਹੁਲ 4 ਘੰਟਿਆਂ ਤੋਂ ਫੁੱਟਬਾਲ ਖੇਡ ਰਿਹਾ ਸੀ, ਰਾਹੁਲ ਹੈਡ ਬੀਨ ਪਲੇਇੰਗ ਫੁੱਟਬਾਲ ਫॉर 4 hours। ਇੱਦਾਂ ਹੀ ਨੈਗੇਟਿਵ, ਰਾਹੁਲ 2 ਵਜੇ ਤੋਂ ਫੁੱਟਬਾਲ ਨਹੀਂ ਖੇਡ ਰਿਹਾ ਸੀ, ਰਾਹੁਲ ਹੈਡ ਨਾਟ ਬੀਨ ਪਲੇਇੰਗ ਫੁੱਟਬਾਲ ਸਿੰਸ 2 o'clock। ਇੰਟਰੋਗੇਟਿਵ, ਕੀ ਰਾਹੁਲ 2 ਵਜੇ ਤੋਂ ਫੁੱਟਬਾਲ ਖੇਡ ਰਿਹਾ ਸੀ? ਹੈ ਨਾ, ਇਹਨੂੰ ਕੋਈ ਹੋਰ ਕੰਮ ਹੀ ਹੈ ਨਹੀਂ, ਹੈ ਨਾ। ਹੈਡ ਰਾਹੁਲ ਬੀਨ ਪਲੇਇੰਗ ਫੁੱਟਬਾਲ ਸਿੰਸ 2 o'clock। ਜਾਂ ਨੈਗੇਟਿਵ ਇੰਟਰੋਗੇਟਿਵ, ਕਿ ਰਾਹੁਲ 2 ਵਜੇ ਤੋਂ ਫੁੱਟਬਾਲ ਨਹੀਂ ਖੇਡ ਰਿਹਾ ਸੀ, ਹੈਡ ਰਾਹੁਲ ਨਾਟ ਬੀਨ ਪਲੇਇੰਗ ਫੁੱਟਬਾਲ ਸਿੰਸ 2 o'clock। ਠੀਕ ਹੈ ਜੀ, ਇਹ ਸੀ ਸਾਡਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਟੈਂਸ। ਤੇ ਹੁਣ ਆਪਾਂ ਆਉਂਦੇ ਆ ਫਿਊਚਰ ਵੱਲ। ਠੀਕ ਹੈ, ਪ੍ਰੈਜ਼ੈਂਟ ਵੀ ਦੇਖ ਲਿਆ, ਪਾਸਟ ਵੀ ਦੇਖ ਲਿਆ, ਹੁਣ ਫਿਊਚਰ ਵੱਲ ਚੱਲਦੇ ਆ। ਚਲੋ, ਫਿਊਚਰ ਇੰਡੈਫੀਨਿਟ ਟੈਂਸ, ਇਹਦੀ ਪਛਾਣ ਕੀ ਆ? ਅਸੀਂ ਪਛਾਣਨਾ ਕਿੱਦਾਂ ਕਿ ਫਿਊਚਰ ਇੰਡੈਫੀਨਿਟ ਆ? ਸਾਡੇ ਕੋਲ ਜਿਹੜੇ ਪੰਜਾਬੀ ਦੇ ਵਾਕ ਆ ਉਹ ਗਾ, ਗੇ, ਗੀ ਜਾਂ ਗੀਆਂ ਦੇ ਨਾਲ ਐਂਡ ਹੋਣੇ ਆ। ਠੀਕ ਆ, ਮੈਂ ਬਾਜ਼ਾਰ ਜਾਵਾਂਗਾ, ਉਹ ਕਾਲਜ ਜਾਣਗੇ। ਠੀਕ ਆ, ਸ਼ਰਨ ਗਾਣਾ ਗਾਵੇਗੀ। ਸੋ ਇਦਾਂ ਦੇ ਜਿੰਨੇ ਵੀ ਵਾਕ ਆਉਣੇ ਆ ਉਹ ਸਾਰੇ ਫਿਊਚਰ ਇੰਡੈਫੀਨਿਟ ਦੇ ਵਿੱਚ ਆਉਣੇ ਹਨ। ਅਫਰਮੇਟਿਵ ਦੇ ਹੁਣ ਆਪਾਂ ਰੂਲ ਦੇਖਦੇ ਹਾਂ। ਸਬਜੈਕਟ ਪਲੱਸ ਵਿਲ ਜਾਂ ਸ਼ੈਲ ਤੇ ਵਰਬ ਦੀ ਫਸਟ ਫਾਰਮ ਆਬਜੈਕਟ। ਠੀਕ ਹੈ ਜੀ, ਹੁਣ ਵਿਲ ਕਿੱਥੇ ਲੱਗਣਾ ਤੇ ਸ਼ੈਲ ਕਿੱਥੇ ਲੱਗਣਾ? ਹੁਣ ਜੇਕਰ ਸਬਜੈਕਟ ਆਈ ਜਾਂ ਵੀ ਹੈ ਤੇ ਫਿਰ ਕੀ ਆ? ਸ਼ੈਲ ਲੱਗਣਾ ਆ ਤੇ ਬਾਕੀ ਸਾਰਿਆਂ ਦੇ ਨਾਲ ਵਿਲ ਲੱਗਣਾ। ਜਾਂ ਇਹਨੂੰ ਹੋਰ ਸ਼ਾਰਟਕਟ ਮੈਂ ਦੱਸ ਦਿੰਦਾ, ਜੇਕਰ ਸਾਡਾ ਸਬਜੈਕਟ ਫਸਟ ਪਰਸਨ ਆ, ਫਸਟ ਪਰਸਨ ਕਿਹੜਾ ਹੁੰਦਾ? ਆਈ ਤੇ ਵੀ, ਫਿਰ ਅਸੀਂ ਸ਼ੈਲ ਲਾਉਣਾ ਆ। ਫਿਰ ਸੈਕੰਡ ਪਰਸਨ ਹੋਵੇ, ਥਰਡ ਪਰਸਨ ਹੋਵੇ, ਜਿਹੜਾ ਮਰਜ਼ੀ ਹੋਵੇ, ਉਸ ਕੇਸ 'ਚ ਆਪਾਂ ਵਿਲ ਲਾ ਦੇਣਾ ਹੈ। ਨੈਗੇਟਿਵ ਦੇ ਵਿੱਚ ਕੀ ਰੂਲ ਆ? ਸਬਜੈਕਟ ਪਲੱਸ ਵਿਲ ਨਾਟ ਜਾਂ ਸ਼ੈਲ ਨਾਟ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਤੇ ਆਬਜੈਕਟ। ਨੈਗੇਟਿਵ ਇੰਟਰੋਗੇਟਿਵ ਜਾਂ ਇੰਟਰੋਗੇਟਿਵ ਦੇ ਵਿੱਚ ਕੀ ਲੱਗਣਾ ਆ? ਵਿਲ ਜਾਂ ਸ਼ੈਲ ਪਹਿਲਾਂ ਲਾ ਦੇਣਾ, ਉਸ ਤੋਂ ਬਾਅਦ ਸਬਜੈਕਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ ਤੇ ਲਾਸਟ ਵਿੱਚ ਕੁਐਸਚਨ ਮਾਰਕ। ਤੇ ਨੈਗੇਟਿਵ ਇੰਟਰੋਗੇਟਿਵ ਮਤਲਬ ਨਾਵਾਚਕ ਵੀ ਆ ਤੇ ਪ੍ਰਸ਼ਨਵਾਚਕ ਵੀ ਆ। ਅਸੀਂ ਵਿਲ ਜਾਂ ਸ਼ੈਲ ਪਹਿਲਾਂ ਲਾਉਣਾ ਆ, ਫਿਰ ਸਬਜੈਕਟ ਲਾਉਣਾ ਆ, ਫਿਰ ਉਸ ਤੋਂ ਬਾਅਦ ਅਸੀਂ ਨਾਟ ਲਾਵਾਂਗੇ, ਉਸ ਤੋਂ ਬਾਅਦ ਵਰਬ ਦੀ ਪਹਿਲੀ ਫਾਰਮ ਲਾਵਾਂਗੇ, ਲਾਸਟ ਵਿੱਚ ਆਬਜੈਕਟ ਤੇ ਕੁਐਸਚਨ ਮਾਰਕ ਦੇ ਨਾਲ ਅਸੀਂ ਵਾਕ ਨੂੰ ਐਂਡ ਕਰ ਦੇਣਾ। ਹੁਣ ਅਸੀਂ ਦੇਖਦੇ ਹਾਂ ਇਹਦੀਆਂ ਉਦਾਹਰਨਾਂ। ਰਮਨ ਚੰਡੀਗੜ੍ਹ ਜਾਵੇਗੀ। ਠੀਕ ਆ, ਰਮਨ ਚੰਡੀਗੜ੍ਹ ਜਾਵੇਗੀ। ਸੋ ਐਂਡ ਤੇ ਕੀ ਆ ਗਿਆ? ਗੀ। ਸੋ ਇਹ ਕੀ ਬਣਿਆ ਫਿਰ? ਫਿਊਚਰ ਇੰਡੈਫੀਨਿਟ ਦਾ ਵਾਕ ਆ। ਤੇ ਹਾਂ ਵਾਚਕ ਆ, ਹਾਂ ਵਾਚਕ ਅਸੀਂ ਅੰਗਰੇਜ਼ੀ ਕਿੱਦਾਂ ਬਣਾਉਣੀ ਆ? ਰਮਨ ਜਲੰਧਰ ਜਾਵੇਗੀ ਜਾਂ ਲੁਧਿਆਣੇ ਜਾਵੇਗੀ, ਜਿੱਥੇ ਮਰਜ਼ੀ ਭੇਜ ਦਿੰਦੇ ਆ। ਚਲੋ ਰਮਨ ਲੁਧਿਆਣੇ ਜਾਵੇਗੀ। ਠੀਕ ਆ, ਤੇ ਉਸ ਕੇਸ ਵਿੱਚ ਰਮਨ ਕੀ ਆ? ਸਾਡਾ ਸਬਜੈਕਟ ਆ, ਜਾਵੇਗੀ ਵਰਬ ਆ, ਤੇ ਲੁਧਿਆਣਾ ਕੀ ਆ? ਆਬਜੈਕਟ ਆ। ਸੋ ਰਮਨ ਵਿਲ ਗੋ ਟੂ ਲੁਧਿਆਣਾ। ਸੋ ਜੇ ਮੈਂ ਲੁਧਿਆਣੇ ਜਾਵਾਂਗਾ, ਆਈ ਸ਼ੈਲ ਗੋ ਟੂ ਲੁਧਿਆਣਾ। ਠੀਕ ਹੈ ਜੀ। ਨੈਗੇਟਿਵ, ਰਮਨ ਦਿੱਲੀ ਨਹੀਂ ਜਾਵੇਗੀ। ਚਲੋ ਚੱਲ ਜਾਂਦੀ ਹੈ, ਕੋਈ ਗੱਲ ਨਹੀਂ, ਆਪਾਂ ਉਹਦਾ ਉਦਾਹਰਨ ਲੈ ਲਈ ਆ। ਰਮਨ ਦਿੱਲੀ ਨਹੀਂ ਜਾਵੇਗੀ, ਰਮਨ ਵਿਲ ਨਾਟ ਗੋ ਟੂ ਦਿੱਲੀ। ਤੇ ਕੀ ਰਮਨ ਚੰਡੀਗੜ੍ਹ ਜਾਵੇਗੀ? ਆ ਰਮਨ ਨੂੰ ਸਾਰਾ ਇੰਡੀਆ ਪੰਜਾਬ ਘੁਮਾ ਦੇਣਾ ਕਿ ਇੰਡੀਆ ਘੁਮਾ ਦਈਏ? ਵਿਲ ਰਮਨ ਗੋ ਟੂ ਚੰਡੀਗੜ੍ਹ, ਕੀ ਰਮਨ ਚੰਡੀਗੜ੍ਹ ਜਾਵੇਗੀ? ਵਿਲ ਰਮਨ ਗੋ ਟੂ ਚੰਡੀਗੜ੍ਹ। ਠੀਕ ਆ। ਨੈਗੇਟਿਵ ਇੰਟਰੋਗੇਟਿਵ, ਕੀ ਰਮਨ ਗਾਣਾ ਨਹੀਂ ਗਾਵੇਗੀ? ਵਿਲ ਰਮਨ ਨਾਟ ਸਿੰਗ ਸੌਂਗ। ਮੈਂ ਕਿਹਾ ਚੱਲ ਘੁਮਾਈ ਜਾਂਦੇ, ਹੁਣ ਗਾਣਾ ਵੀ ਗਵਾ ਦਿੰਦੇ ਆ ਨਾ। ਠੀਕ ਹੈ, ਵਿਲ ਰਮਨ ਨਾਟ ਸਿੰਗ ਸੌਂਗ। ਸੋ ਇਸ ਤੋਂ ਇਲਾਵਾ ਜੇ ਅਸੀਂ ਆਈ ਜਾਂ ਵੀ ਵਰਤਿਆ ਹੁੰਦਾ ਤਾਂ ਅਸੀਂ ਵਿਲ ਦੀ ਥਾਂ ਤੇ ਸ਼ੈਲ ਲਾ ਦੇਣਾ ਸੀ। ਠੀਕ ਹੈ, ਜਿੱਦਾਂ ਕਿ ਮੈਂ ਜਲੰਧਰ ਨਹੀਂ ਜਾਵਾਂਗਾ, ਸ਼ੈਲ ਆਈ ਨਾਟ ਗੋ ਟੂ ਜਲੰਧਰ। ਠੀਕ ਹੈ ਜੀ, ਆਈ ਤੇ ਵੀ ਨਾਲ ਸ਼ੈਲ, ਬਾਕੀ ਸਾਰੇ ਵਿਲ। ਹੁਣ ਅਸੀਂ ਆਉਂਦੇ ਹਾਂ ਫਿਊਚਰ ਕੰਟੀਨਿਊਸ ਵੱਲ। ਰਿਹਾ ਹੋਵੇਗਾ, ਰਹੇ ਹੋਣਗੇ,
रही होवेगी, रहीਆਂ ਹੋਣਗੀਆਂ, अंत ਵਿੱਚ ਲੱਗਾ ਹੁੰਦਾ है। ठीक है, जिन्ने भी वाक होने आ जिन्हां ਦੇ ਐਂਡ ਵਿੱਚ ਇਹ ਚੀਜ਼ ਲੱਗੀ ਹੋਵੇਗੀ ਉਹ ਕੀ ਆ, ਫਿਊਚਰ ਕੰਟੀਨਿਊਸ ਟੈਂਸ ਦੇ ਵਿੱਚ ਆਉਣਗੇ। ਉਹਦੀ ਅੰਗਰੇਜ਼ੀ ਕਿੱਦਾਂ ਬਣਾਉਣੀ ਹੁਣ ਉਹ ਦੇਖ ਲੈਂਦੇ ਆ। ਹਾਂ ਬਚ ਦੇ ਵਿੱਚ ਸਬਜੈਕਟ ਨਾਲ ਵਿਲ ਜਾਂ ਸ਼ੈਲ, ਉਸ ਤੋਂ ਬਾਅਦ ਬੀ, ਜਿਹਨੂੰ ਆਪਾਂ ਕਹਿੰਦੇ ਸਬਜੈਕਟ ਪਲੱਸ ਵਿਲ ਵੀ ਜਾਂ ਸ਼ੈਲ ਵੀ। ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਤੇ ਆਬਜੈਕਟ। ਨੈਗੇਟਿਵ ਦੇ ਕੇਸ ਵਿੱਚ ਸਬਜੈਕਟ ਪਲੱਸ ਵਿਲ ਸ਼ੈਲ ਪਲੱਸ ਨੋਟ ਪਲੱਸ ਵੀ ਪਲੱਸ V1 ਪਲੱਸ ING ਪਲੱਸ ਆਬਜੈਕਟ। ਸੋ ਇਹਨੂੰ ਸ਼ਾਰਟਕਟ ਕਹਿ ਸਕਦੇ ਸਬਜੈਕਟ ਪਲੱਸ ਵਿਲ ਨੋਟ ਵੀ ਜਾਂ ਸ਼ੈਲ ਨੋਟ ਵੀ ਇਕੱਠਾ ਬੋਲ ਦਿੰਦੇ ਅਸੀਂ। ਠੀਕ ਹੈ ਜੀ। ਤੇ ਇੰਟਰੋਗੇਟਿਵ ਵਿੱਚ ਵਿਲ ਜਾਂ ਸ਼ੈਲ ਪਹਿਲਾਂ ਆਉਣਾ ਆ, ਸਬਜੈਕਟ ਤੋਂ ਬਾਅਦ V ਪਲੱਸ V1 ਪਲੱਸ ING ਪਲੱਸ ਆਬਜੈਕਟ। ਨੈਗੇਟਿਵ ਇੰਟਰੋਗੇਟਿਵ ਵਿਲ ਜਾਂ ਸ਼ੈਲ ਪਹਿਲਾਂ ਲੱਗੇਗਾ, ਉਸ ਤੋਂ ਬਾਅਦ ਸਬਜੈਕਟ ਲੱਗੇਗਾ, ਸਬਜੈਕਟ ਤੋਂ ਬਾਅਦ ਅਸੀਂ ਨੋਟ ਲਾ ਦੇਣਾ ਆ, ਫਿਰ ਵੀ ਲਾ ਦੇਣਾ, ਵਰਬ ਦੀ ਫਸਟ ਫਾਰਮ ਲਾਉਣੀ ਆ, ਉਹਦੇ ਨਾਲ ING ਲਾਉਣਾ ਆ, ਤੇ ਲਾਸਟ ਵਿੱਚ ਅਸੀਂ ਲਾਉਣਾ ਆਬਜੈਕਟ। ਹੁਣ ਇਹਦੀਆਂ ਉਦਾਹਰਨਾਂ ਦੇਖਦੇ ਹਾਂ। ਬਾਕੀ ਵਿਲ ਸ਼ੈਲ ਦਾ ਰੂਲ ਤਾਂ ਸਾਡੇ ਕੋਲ ਸੇਮ ਹੀ ਰਹਿਣਾ ਹੈ ਫਿਊਚਰ ਦੇ ਵਿੱਚ, ਸਾਰੇ ਫਿਊਚਰ ਦੇ ਵਿੱਚ। ਠੀਕ ਹੈ ਜੀ। ਸੋ ਇਹਦਾ ਵਾਕ ਦੇਖਦੇ ਹਾਂ। ਮੈਂ ਜਲੰਧਰ ਜਾ ਰਿਹਾ ਹੋਵਾਂਗਾ, ਆਈ ਸ਼ੈਲ ਬੀ ਗੋਇੰਗ ਟੂ ਜਲੰਧਰ। ਉਹ ਜਲੰਧਰ ਜਾ ਰਿਹਾ ਹੋਵੇਗਾ, ਹੀ ਵਿਲ ਬੀ ਗੋਇੰਗ ਟੂ ਜਲੰਧਰ। ਠੀਕ ਹੈ ਜੀ। ਨੈਗੇਟਿਵ ਮੈਂ ਗਾਣਾ ਨਹੀਂ ਗਾ ਰਿਹਾ ਹੋਵਾਂਗਾ, ਆਈ ਸ਼ੈਲ ਨੋਟ ਬੀ ਸਿੰਗਿੰਗ ਸੌਂਗ। ਠੀਕ ਹੈ, ਉਹ ਗਾਣਾ ਨਹੀਂ ਗਾ ਰਿਹਾ ਹੋਵੇਗਾ, ਹੀ ਵਿਲ ਨੋਟ ਬੀ ਸਿੰਗਿੰਗ ਸੌਂਗ। ਤੇ ਇੰਟਰੋਗੇਟਿਵ ਵੱਲ ਆ ਜਾਂਦੇ ਆ। ਕੀ ਮੈਂ ਕੰਮ ਕਰ ਰਿਹਾ ਹੋਵਾਂਗਾ, ਸ਼ੈਲ ਆਈ ਬੀ ਡੂਇੰਗ ਦ ਵਰਕ। ਠੀਕ ਹੈ। ਕੀ ਉਹ ਗਾਣਾ ਨਹੀਂ ਗਾ ਰਿਹਾ ਹੋਵੇਗਾ, ਕੀ ਉਹ ਗਾਣਾ ਨਹੀਂ ਗਾ ਰਿਹਾ ਹੋਵੇਗਾ। ਹੁਣ ਇੱਥੇ ਉਹ ਆ ਤੇ ਅਸੀਂ ਕੀ ਲਾਉਣਾ, ਵਿਲ। ਸੋ ਵਿਲ ਹੀ ਨੋਟ ਵੀ ਸਿੰਗਿੰਗ ਦ ਸੌਂਗ। ਠੀਕ ਹੈ ਜੀ। ਇਹ ਸੀ ਨੈਗੇਟਿਵ ਇੰਟਰੋਗੇਟਿਵ ਦੀ ਉਦਾਹਰਨ। ਹੁਣ ਆਪਾਂ ਜਾਂਦੇ ਆ ਫਿਊਚਰ ਪਰਫੈਕਟ ਵੱਲ। ਫਿਊਚਰ ਪਰਫੈਕਟ ਦੀ ਪਛਾਣ ਕੀ ਆ, ਚੁੱਕਾ ਹੋਵੇਗਾ, ਚੁੱਕੇ ਹੋਣਗੇ, ਚੁੱਕੀ ਹੋਵੇਗੀ, ਚੁੱਕੀਆਂ ਹੋਣਗੀਆਂ, ਅੰਤ ਵਿੱਚ ਲੱਗਾ ਹੁੰਦਾ ਹੈ। ਠੀਕ ਹੈ ਜੀ। ਜਿੰਨੇ ਵੀ ਵਾਕ ਇਹ ਵਰਡ ਸ਼ਬਦਾਂ ਦੇ ਨਾਲ ਖਤਮ ਹੋਣਗੇ ਉਹ ਸਾਰੇ ਕਿਹਦੇ ਚ ਆਉਣੇ ਆ, ਫਿਊਚਰ ਪਰਫੈਕਟ ਟੈਂਸ ਦੇ ਵਿੱਚ। ਇਹਦਾ ਰੂਲ ਕੀ ਆ ਹੁਣ ਉਹ ਦੇਖ ਲੈਂਦੇ ਆ। ਹਾਂ ਵਾਚਕ ਦੇ ਵਿੱਚ ਸਬਜੈਕਟ ਪਲੱਸ ਵਿਲ ਸ਼ੈਲ ਪਲੱਸ ਹੈਵ ਪਲੱਸ V3 ਪਲੱਸ ਆਬਜੈਕਟ। ਠੀਕ ਹੈ ਜੀ। ਜਾਂ ਵਿਲ ਹੈਵ ਸ਼ੈਲ ਹੈਵ, ਸਬਜੈਕਟ ਪਲੱਸ ਵਿਲ ਹੈਵ ਜਾਂ ਸ਼ੈਲ ਹੈਵ, ਉਸ ਤੋਂ ਬਾਅਦ V3 ਪਲੱਸ ਆਬਜੈਕਟ। ਤੇ ਨੈਗੇਟਿਵ ਦੇ ਵਿੱਚ ਸਬਜੈਕਟ ਪਲੱਸ ਵਿਲ ਸ਼ੈਲ ਪਲੱਸ ਨੋਟ ਪਲੱਸ ਹੈਵ ਪਲੱਸ V3 ਪਲੱਸ ਆਬਜੈਕਟ। ਮਤਲਬ ਕਿ ਨੋਟ ਜਿਹੜਾ ਅਸੀਂ ਵਿਲ ਜਾਂ ਸ਼ੈਲ ਤੋਂ ਬਾਅਦ ਲਾਉਣਾ ਹੈ, ਨਾ ਕਿ ਹੈਵ ਤੋਂ ਬਾਅਦ। ਇੰਟਰੋਗੇਟਿਵ ਦੀ ਕੇਸ ਦੇ ਵਿੱਚ ਅਸੀਂ ਵਿਲ ਜਾਂ ਸ਼ੈਲ ਪਹਿਲਾਂ ਲਾ ਦੇਵਾਂਗੇ। ਠੀਕ ਹੈ ਜੀ। ਸਬਜੈਕਟ ਤੋਂ ਬਾਅਦ ਅਸੀਂ ਹੈਵ ਲਾਵਾਂਗੇ, ਵਰਬ ਦੀ ਤੀਜੀ ਫਾਰਮ ਲਾਵਾਂਗੇ ਤੇ ਆਬਜੈਕਟ ਲਾਵਾਂਗੇ। ਲਾਸਟ ਆਉਂਦਾ ਹੈ ਨੈਗੇਟਿਵ ਇੰਟਰੋਗੇਟਿਵ, ਨਾ ਵਾਚਕ ਪ੍ਰਸ਼ਨਵਾਚਕ ਵਾਕ। ਠੀਕ ਹੈ। ਉਸ ਕੇਸ ਦੇ ਵਿੱਚ ਅਸੀਂ ਵਿਲ ਜਾਂ ਸ਼ੈਲ ਨੂੰ ਪਹਿਲਾਂ ਰੱਖਣਾ ਹੈ, ਉਸ ਤੋਂ ਬਾਅਦ ਸਬਜੈਕਟ ਲਾਉਣਾ ਹੈ, ਸਬਜੈਕਟ ਤੋਂ ਬਾਅਦ ਨੋਟ ਲਾਉਣਾ ਹੈ, ਫਿਰ ਹੈਵ ਲਾਉਣਾ, ਵਰਬ ਦੀ ਤੀਜੀ ਫਾਰਮ ਲਾਉਣੀ ਤੇ ਆਬਜੈਕਟ ਲਾਉਣਾ ਹੈ। ਠੀਕ ਹੈ ਜੀ। ਹੁਣ ਇਹਦੀ ਆਪਾਂ ਉਦਾਹਰਨਾਂ ਦੇਖ ਲੈਂਦੇ ਹਾਂ ਫਿਊਚਰ ਪਰਫੈਕਟ ਟੈਂਸ ਦੀਆਂ। ਠੀਕ ਹੈ ਜੀ। ਇਹਦੀ ਮੈਂ ਉਦਾਹਰਨ ਇੱਕ ਇੱਕ ਹੀ ਲਵਾਂਗਾ। ਠੀਕ ਹੈ। ਮੈਂ ਚੰਡੀਗੜ੍ਹ ਜਾ ਚੁੱਕਾ ਹੋਵਾਂਗਾ। ਸੋ ਇੱਥੇ ਕੀ ਚੁੱਕਾ ਹੋਵਾਂਗਾ ਆ ਗਿਆ, ਤੇ ਇਹ ਕੀ ਆ ਸਾਡੇ ਕੋਲ ਫਿਊਚਰ ਪਰਫੈਕਟ ਟੈਂਸ ਬਣ ਗਿਆ। ਅਫਰਮੇਟਿਵ ਦਾ ਰੂਲ ਕੀ ਕਹਿੰਦਾ ਆ, ਸਬਜੈਕਟ ਪਲੱਸ ਵਿਲ ਸ਼ੈਲ। ਹੁਣ ਸਬਜੈਕਟ ਕੀ ਆ, ਆਈ ਦੇ ਨਾਲ ਕੀ ਲੱਗਣਾ, ਸ਼ੈਲ। ਸੋ ਆਈ ਸ਼ੈਲ ਹੈਵ ਗੋਨ ਟੂ ਚੰਡੀਗੜ੍ਹ। ਮੈਂ ਚੰਡੀਗੜ੍ਹ ਜਾ ਚੁੱਕਾ ਹੋਵਾਂਗਾ, ਆਈ ਸ਼ੈਲ ਹੈਵ ਗੋਨ ਟੂ ਚੰਡੀਗੜ੍ਹ। ਨੈਗੇਟਿਵ ਮੈਂ ਚੰਡੀਗੜ੍ਹ ਨਹੀਂ ਜਾ ਚੁੱਕਾ ਹੋਵਾਂਗਾ, ਆਈ ਸ਼ੈਲ ਨਾਟ ਹੈਵ ਗੋਨ ਟੂ ਚੰਡੀਗੜ੍ਹ। ਫਿਰ ਕੀ ਮੈਂ ਚੰਡੀਗੜ੍ਹ ਜਾ ਚੁੱਕਾ ਹੋਵਾਂਗਾ, ਸ਼ੈਲ ਆਈ ਹੈਵ ਗੋਨ ਟੂ ਚੰਡੀਗੜ੍ਹ। ਲਾਸਟ ਵਿੱਚ ਨੈਗੇਟਿਵ ਇੰਟਰੋਗੇਟਿਵ, ਕੀ ਮੈਂ ਚੰਡੀਗੜ੍ਹ ਨਹੀਂ ਜਾ ਚੁੱਕਾ ਹੋਵਾਂਗਾ, ਸ਼ੈਲ ਆਈ ਨਾਟ ਹੈਵ ਗੋਨ ਟੂ ਚੰਡੀਗੜ੍ਹ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜੇ ਅਸੀਂ ਸੈਕੰਡ ਜਾਂ ਥਰਡ ਪਰਸਨ ਲਾਉਂਦੇ ਤੇ ਉੱਥੇ ਅਸੀਂ ਸ਼ੈਲ, ਜਿੱਥੇ ਮੈਂ ਸ਼ੈਲ ਯੂਜ਼ ਕੀਤਾ ਉੱਥੇ ਕੀ ਆ ਜਾਣਾ ਸੀ, ਵਿਲ। ਠੀਕ ਹੈ। ਕੀ ਉਹ ਗਾਣਾ ਗਾ ਚੁੱਕਾ ਹੋਵੇਗਾ,
will he have sung the song। ਸੋ ਇਹ ਸੀਗਾ ਫਿਊਚਰ ਪਰਫੈਕਟ। ਹੁਣ ਆਪਾਂ ਲਾਸਟ ਟੈਂਸ ਵੱਲ ਆ ਗਏ ਆ, ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਸੋ ਦੀ ਪਹਿਲਾਂ ਪਛਾਣ ਦੇਖ ਲੈਂਦੇ ਆ। ਪਛਾਣ ਕੀ ਆ? ਤੋਂ ਪਲੱਸ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ, ਰਹੀਆਂ ਹੋਣਗੀਆਂ, ਅੰਤ ਵਿੱਚ ਲੱਗਾ ਹੁੰਦਾ ਹੈ। ਜਾਂ ਇਹਦੀ ਦੂਜੀ ਪਛਾਣ ਕੀ ਆ ਕਿ ਜਦੋਂ ਫਿਊਚਰ ਕੰਟੀਨਿਊਸ ਟੈਂਸ ਦੇ ਵਿੱਚ ਸਮਾਂ ਵੀ ਦੱਸ ਦਿੱਤਾ ਹੋਵੇ ਤਾਂ ਅਸੀਂ ਉਹਨੂੰ ਫਿਊਚਰ ਪਰਫੈਕਟ ਕੰਟੀਨਿਊਸ ਕਹਿ ਦਿੰਦੇ ਹਾਂ। ਠੀਕ ਹੈ ਜੀ, ਕਿਉਂਕਿ ਫਿਊਚਰ ਪਰਫੈਕਟ ਦੇ ਵਿੱਚ ਫਿਊਚਰ ਕੰਟੀਨਿਊਸ 'ਚ ਇਕੱਲਾ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ ਤੇ ਰਹੀਆਂ ਹੋਣਗੀਆਂ ਲੱਗਾ ਹੁੰਦਾ। ਤੇ ਜੇਕਰ ਉਹ 'ਚ ਨਾਲ ਸਮਾਂ ਦੱਸਤਾ ਤੇ ਫਿਰ ਅਸੀਂ ਫਿਊਚਰ ਪਰਫੈਕਟ ਕੰਟੀਨਿਊਸ 'ਚ ਆ ਜਾਂਦੇ ਹਾਂ। ਫੋਰ ਐਗਜ਼ਾਮਪਲ, ਰਮਨ ਗਾਣਾ ਗਾ ਰਿਹਾ ਹੋਵੇਗਾ। ਠੀਕ ਹੈ ਜੀ, ਤੇ ਉਹ ਕਿਹੜਾ ਬਣ ਗਿਆ? ਫਿਊਚਰ ਕੰਟੀਨਿਊਸ। ਤੇ ਜੇ ਅਸੀਂ ਕਵਾਂਗੇ ਰਮਨ ਅੱਧੇ ਘੰਟੇ ਤੋਂ ਗਾਣਾ ਗਾ ਰਿਹਾ ਹੋਵੇਗਾ, ਸੋ ਉਹ ਕਿਹੜਾ ਬਣ ਗਿਆ? ਉਸ ਨਾਲ ਅਸੀਂ ਸਮਾਂ ਦੱਸ ਦਿੱਤਾ। ਠੀਕ ਹੈ ਜੀ, ਹੁਣ ਆਪਾਂ ਇਹਦੇ ਰੂਲ ਦੇਖਦੇ ਹਾਂ। ਸਬਜੈਕਟ ਅਫਰਮੇਟਿਵ ਦੇ ਵਿੱਚ, ਹਾਂ ਵਾਚਕ ਦੇ ਵਿੱਚ ਸਬਜੈਕਟ ਪਲੱਸ ਵਿਲ ਸ਼ੈਲ ਪਲੱਸ ਹੈਵ ਬੀਨ ਪਲੱਸ V1 ਪਲੱਸ ING ਪਲੱਸ ਆਬਜੈਕਟ ਪਲੱਸ ਸਿੰਸ ਜਾਂ ਫॉर ਪਲੱਸ ਟਾਈਮ। ਠੀਕ ਹੈ ਜੀ, ਵਿਲ ਜਾਂ ਸ਼ੈਲ ਦਾ ਰੂਲ ਸੇਮ ਰਹਿਣਾ ਹੈ। ਠੀਕ ਹੈ ਜੀ, ਇੱਕ ਵਚਨ I ਤੇ V ਦੇ ਨਾਲ ਸ਼ੈਲ ਆ ਤੇ ਬਾਕੀਆਂ ਦੇ ਨਾਲ ਵਿਲ ਆ। ਨੈਗੇਟਿਵ ਦੇ ਵਿੱਚ ਕੀ ਆ? I will ਜਾਂ shall have not been plus V1 plus ING plus object plus since for plus time। ਇੰਟਰੋਗੇਟਿਵ will ਜਾਂ shall, ਉਸ ਤੋਂ ਬਾਅਦ ਸਬਜੈਕਟ ਲੱਗਣਾ ਆ। ਸਬਜੈਕਟ ਤੋਂ ਬਾਅਦ have been plus verb ਦੀ ਫਸਟ ਫਾਰਮ ਦੇ ਨਾਲ ING plus object plus since for plus time। ਤੇ ਨੈਗੇਟਿਵ ਇੰਟਰੋਗੇਟਿਵ will ਜਾਂ shall ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਸਬਜੈਕਟ, ਫਿਰ have not been ਪਲੱਸ ਵਰਬ ਦੀ ਫਸਟ ਫਾਰਮ ਨਾਲ ING ਪਲੱਸ ਆਬਜੈਕਟ ਪਲੱਸ ਸਿੰਸ ਜਾਂ ਫॉर ਪਲੱਸ ਟਾਈਮ। ਹੁਣ ਜੇਕਰ ਸਬਜੈਕਟ I ਜਾਂ V ਹੈ ਤਾਂ ਸ਼ੈਲ ਹੈਵ ਲੱਗਣਾ ਹੈ, ਬਾਕੀਆਂ ਦੇ ਨਾਲ ਵਿਲ ਹੈਵ। ਤੇ ਹੁਣ ਜਿਹੜਾ ਸਿੰਸ ਜਾਂ ਫॉर ਦਾ ਰੂਲ ਉਹ ਸਾਡੇ ਕੋਲ ਸੇਮ ਰਹਿਣਾ ਹੈ ਜੋ ਪਹਿਲਾਂ ਸੀਗਾ। ਪਹਿਲਾਂ ਕੀ ਸੀਗਾ ਕਿ ਜੇਕਰ ਸਾਨੂੰ ਪੁਆਇੰਟ ਆਫ ਟਾਈਮ ਦੱਸਿਆ ਆ, ਇੱਕ ਪੱਕਾ ਸਮਾਂ ਦੱਸਿਆ, ਫਿਰ ਆਪਾਂ ਸਿੰਸ ਲਾਉਣਾ ਆ। ਜੇਕਰ ਸਮੇਂ ਦੀ ਡਿਊਰੇਸ਼ਨ ਦੱਸੀ ਆ, ਗਿਣਤੀ ਮਿਣਤੀ ਦੱਸੀ, ਫਿਰ ਆਪਾਂ ਕੀ ਲਾਉਣਾ ਆ? ਫॉर। ਹੁਣ ਇਹਦੀਆਂ ਕੁਝ ਉਦਾਹਰਨਾਂ ਦੇਖ ਲੈਂਦੇ ਆ। ਉਹ 10 ਵਜੇ ਤੋਂ ਕੰਮ ਕਰ ਰਿਹਾ ਹੋਵੇਗਾ। ਠੀਕ ਆ, he will have been doing work since 10 o'clock। ਜਾਂ ਉਹ 4 ਘੰਟਿਆਂ ਤੋਂ ਕੰਮ ਕਰ ਰਿਹਾ ਹੋਵੇਗਾ। he will have been doing the work for 4 hours। ਨੈਗੇਟਿਵ, ਉਹ 10 ਵਜੇ ਤੋਂ ਕੰਮ ਨਹੀਂ ਕਰ ਰਿਹਾ ਹੋਵੇਗਾ। he will have not been doing the work। 10 ਵਜੇ ਤੋਂ ਆਪਾਂ ਪੁਆਇੰਟ ਦੱਸਤਾ, ਸੋ since 10 o'clock। ਇੱਦਾਂ ਇੰਟਰੋਗੇਟਿਵ, ਕਿ ਉਹ 2 ਘੰਟਿਆਂ ਤੋਂ ਕੰਮ ਕਰ ਰਿਹਾ ਹੋਵੇਗਾ। ਸੋ ਇੱਥੇ 2 ਘੰਟੇ ਆਪਾਂ ਕੀ ਦੱਸਿਆ ਆ? ਡਿਊਰੇਸ਼ਨ, ਗਿਣਤੀ ਮਿਣਤੀ। ਸੋ ਇੱਥੇ ਆਪਾਂ ਫॉर ਲਾਉਣਾ ਆ। ਸੋ ਵਿਲ ਹੀ ਹੈਵ ਬੀਨ ਡੂਇੰਗ ਵਰਕ ਫॉर 2 hours। ਤੇ ਲਾਸਟ ਆਪਣੇ ਕੋਲ ਆ ਗਿਆ ਨੈਗੇਟਿਵ ਇੰਟਰੋਗੇਟਿਵ ਪਾਰਟ, ਕਿ ਉਹ 5 ਘੰਟਿਆਂ ਤੋਂ ਕੰਮ ਨਹੀਂ ਕਰ ਰਿਹਾ ਹੋਵੇਗਾ। ਵਿਲ ਹੀ have not been doing the work for 5 hours। 5 ਘੰਟਿਆਂ ਤੋਂ, ਜੇ ਹੁੰਦਾ 5 ਵਜੇ ਤੋਂ, ਫਿਰ ਕੀ ਹੋਣਾ ਸੀ? since। ਸੋ ਇਹ ਸੀਗੇ ਸਾਡੇ ਸਾਰੇ ਦੇ ਸਾਰੇ ਟੈਂਸ। ਸੋ ਜੇ ਤੁਹਾਨੂੰ ਕੋਈ ਡਾਊਟ ਹੋਵੇ, ਵੀਡੀਓ ਰਿਪੀਟ ਕਰਕੇ ਦੇਖ ਸਕਦੇ ਹੋ। ਜੇ ਫਿਰ ਵੀ ਕਲੀਅਰ ਨਹੀਂ ਹੁੰਦਾ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਉਹ ਡਾਊਟ ਕਲੈਰੀਫਿਕੇਸ਼ਨ ਦੇ ਲਈ ਮੈਂ ਨਵੀਂ ਵੀਡੀਓ ਬਣਾ ਦੇਵਾਂਗਾ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬਹੁਤ ਮਿਹਨਤ ਆਉਂਦੀ ਹੈ ਵੀਡੀਓ ਬਣਾਉਣ ਤੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਥੈਂਕ ਯੂ, ਹੈਵ ਅ ਨਾਈਸ ਡੇ।